ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ। ਅਰਵਿੰਦਰ ਜੀ, ਵੈਲਕਮ ਟੂ ਦ ਸ਼ੋ। बहुत शुक्रिया संजीव जी और सारे दर्शकों को प्यार भरी सत श्री अकाल। ਅੱਜ ਨਾ ਦਿਲ ਬੜਾ ਦੁਖੀ ਹੈ जी ਕਿਉਂਕਿ ਕੁਝ ਭਾਣਾ ਹੀ ਇੱਦਾਂ ਦਾ ਵਾਪਰ ਗਿਆ ਅਮਰੀਕਾ ਦੀ ਧਰਤੀ ਦੇ ਉੱਤੇ। ਵੈਸੇ ਤੇ ਆਪਾਂ ਹਮੇਸ਼ਾ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਸਟੇਟਸ ਕੀ ਹੈ, ਐਪਲੀਕੇਸ਼ਨਸ ਦਾ, ਅਪਾਇੰਟਮੈਂਟਸ ਦਾ, ਉਹ ਸਾਰੀ ਗੱਲ ਕਰਦੇ ਹਾਂ। ਪਰ ਇੱਕ ਨਿਊਜ਼ ਜਿਹਦੇ ਵਿੱਚ ਇੱਕ ਪੰਜਾਬੀ ਪਰਿਵਾਰ ਨੂੰ ਅਗਵਾ ਕੀਤਾ ਗਿਆ, ਮਾਰ ਦਿੱਤਾ ਗਿਆ, ਇੱਕ ਛੋਟਾ ਜਿਹਾ ਬੱਚਾ ਵੀ ਵਿੱਚ ਸ਼ਾਮਿਲ ਹੈ। ਇਹ ਬਹੁਤ ਮਾੜੀ ਘਟਨਾ ਹੋਈ ਹੈ। ऑबवियसली ਕੁਛ ਸਾਡੇ ਹਾਲਾਤ ਸਾਡੀਆਂ ਮਾਨਸਿਕਤਾਵਾਂ ਕਿਤੇ ਨਾ ਕਿਤੇ ਚੇਂਜ ਜ਼ਰੂਰ ਹੋਈ ਜਾਂਦੀਆਂ ਔਰ ਬਹੁਤ ਦੁੱਖ ਦੀ ਗੱਲ ਹੈ ਕਿ ਅਲਟੀਮੇਟਲੀ ਇਹ ਜਿਹੜਾ ਘਾਟਾ ਇਹ ਪੂਰਾ ਨਹੀਂ ਹੋਣਾ। ਫੜਿਆ ਜਾਊ, ਕੋਈ ਇਨਵੈਸਟੀਗੇਸ਼ਨ ਚੱਲ ਜੂ, ਕੋਈ ਹੇਟ ਕ੍ਰਾਈਮ ਦਾ ਮਸਲਾ ਨਿਕਲੂ, ਕੋਈ ਹੋਰ ਤਰੀਕਾ ਨਿਕਲੂ, ਬਟ ਅਲਟੀਮੇਟਲੀ ਜਿਹੜੀ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਕਿ ਗਿਆ ਬੰਦਾ ਵਾਪਸ ਨਹੀਂ ਮੁੜਦਾ। ਉਸ ਤੋਂ ਬਾਅਦ ਕੋਈ ਪਛਤਾਵਾ ਕਰੇ ਜਾਂ ਕੁਛ ਵੀ ਕਰੇ। ਸੋ ਇਹ ਮਾਨਸਿਕਤਾ ਬਹੁਤ ਖਤਰਨਾਕ ਆ ਔਰ ਇਹ ਸਾਡੇ ਇਕੱਲਾ ਇੱਥੇ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਤਕਰੀਬਨ ਇਹਦਾ ਕੋਣ ਆਸੇ-ਪਾਸੇ ਸਾਰੇ ਲੱਗਾ ਆ। ਸਾਡੇ ਉੱਪਰ ਅਲੱਗ ਹੀ ਚੀਜ਼ਾਂ ਥੋਪੀਆਂ ਜਾ ਰਹੀਆਂ, ਸਾਡੇ ਦਿਮਾਗਾਂ ਨੂੰ ਚੇਂਜ ਕੀਤਾ ਜਾ ਰਿਹਾ। ਸਾਨੂੰ ਐਨਵਾਇਰਨਮੈਂਟ ਦੁਬਾਰਾ ਪੈਦਾ ਤੁਹਾਡੇ ਸਾਹਮਣੇ ਹਾਲਾਤ ਇੱਦਾਂ ਦੇ ਲਿਆ ਕੇ ਖੜੇ ਕਰ ਦਿੱਤੇ ਜਾਂਦੇ, ਜਿਹਦਾ ਕਰਕੇ ਪੰਜਾਬ ਦੀ ਧਰਤੀ ਤੋਂ ਬਹੁਤ ਸਾਰਾ ਪਲਾਇਨ ਵੀ ਇਸੇ ਕਰਕੇ ਹੋਇਆ। ਔਰ ਜਦੋਂ ਕਿ ਪੰਜਾਬ ਦੀ ਧਰਤੀ ਛੱਡ ਕੇ ਜਾਂਦਾ, ਇਹ ਅਸਲ 'ਚ ਸੋਚੋ ਦੁਨੀਆ ਦੀ ਸਭ ਤੋਂ ਬਿਹਤਰੀਨ ਜਗ੍ਹਾ ਆ। ਅਗਰ ਅਸੀਂ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਤਾਂ ਇਹ ਉਹ ਜਗ੍ਹਾ ਆ ਜਿੱਥੇ ਵੈਨ ਵੀ ਸੇ ਕਿ ਇੱਥੇ ਸਾਰਾ ਸਾਲ ਸਨਸ਼ਾਈਨ ਆ, ਸਾਰਾ ਸਾਲ ਓਪਨ ਆ। ਸੋ ਇੱਦਾਂ ਦੇ ਮੌਸਮ ਔਰ ਬਹੁਤ ਫਰਟਾਈਲ ਲੈਂਡਸ ਨੇ। ਔਰ ਸਾਡੀ ਬਦਕਿਸਮਤੀ ਆ ਕਿ ਸਾਨੂੰ ਇਹ ਜਗ੍ਹਾ ਛੱਡ ਕੇ ਵੀ ਬਾਹਰਲੇ ਮੁਲਕਾਂ ਜਾਣਾ ਪੈਂਦਾ। ਔਰ ਉੱਥੇ ਬੰਦਾ ਇਸ ਉਮੀਦ ਨਾਲ ਜਾਂਦਾ ਹੈ ਕਿ ਉੱਥੇ ਜਾ ਕੇ ਸੁਖਾਵੇਂ ਪਲ ਰਹਿਣਗੇ, ਜ਼ਿੰਦਗੀ ਸੌਖੀ ਰਹੂਗੀ। ਜੀ ਜੀ। ਤੇ ਜਦੋਂ ਉੱਥੇ ਜਾ ਕੇ ਵੀ ਆਪਣੇ ਪੂਰੇ ਸੁਪਨੇ ਬੁਣ ਕੇ, ਜਿੱਥੇ ਤੁਸੀਂ ਫਾਈਨਲੀ ਜਾ ਕੇ ਜਿਹਨੂੰ ਤੁਸੀਂ ਫਾਈਨਲ ਡੈਸਟੀਨੇਸ਼ਨ ਕਹਿਤਾ, ਜਿੱਦਾਂ ਕਹਿੰਦੇ ਮੱਕਿਓਂ ਪਰੇ ਉਜਾੜ ਆ, ਤੇ ਦੁਨੀਆ ਦਾ ਅਖੀਰਲਾ ਮੁਲਕ ਵੀ ਅਮਰੀਕਾ ਹੀ ਆ। ਸੋ ਇਸੇ ਤਰੀਕੇ ਨਾਲ ਜਦੋਂ ਤੁਸੀਂ ਲਾਸਟ ਮੁਲਕ ਦੇ ਵਿੱਚ ਪਹੁੰਚ ਗਏ, ਅਖੀਰਲੇ ਮੁਲਕ ਦੇ ਵਿੱਚ ਪਹੁੰਚ ਗਏ, ਤੇ ਉੱਥੇ ਜਾ ਕੇ ਵੀ ਜਦੋਂ ਕਿਸੇ ਨਾਲ ਜਿਹੜੇ ਸੁਪਨੇ ਸਾਕਾਰ ਹੋਣੇ ਤਾਂ ਬਹੁਤ ਦੂਰ ਦੀ ਗੱਲ ਆ, ਪੂਰੇ ਦੇ ਪੂਰੇ ਪਰਿਵਾਰ ਨਾਲ ਇਹੋ ਜਿਹੇ ਹਾਲਾਤ ਹੋ ਜਾਂਦੇ ਆ, ਤੇ ਇਸ ਤੋਂ ਮੰਦਭਾਗਾ ਕੁਛ ਨਹੀਂ ਹੋ ਸਕਦਾ। ਐਗਜ਼ੈਕਟਲੀ, ਕਿਉਂਕਿ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਸੁਪਨੇ ਹੁੰਦੇ ਨੇ, ਸੁਪਨੇ ਪੂਰੇ ਕਰਨ ਵਾਸਤੇ ਅਸੀਂ ਜਾਂਦੇ ਹਾਂ। ਘਰ ਬਾਹਰ ਛੱਡ ਕੇ ਜਿੱਥੇ ਅਸੀਂ ਮੁੱਦਤਾਂ ਤੋਂ ਰਹਿੰਦੇ ਪਏ ਹਾਂ, ਸਾਡੇ ਪੁਰਖੇ ਇੱਥੇ ਰਹਿੰਦੇ ਨੇ। ਸੋ ਇਹ ਥਾਂ ਛੱਡ ਕੇ ਜਿੱਥੇ ਅਸੀਂ ਆਪਣਾ ਬਚਪਨ ਬਿਤਾਇਆ, ਜਾ ਕੇ ਉਪਰੀ ਥਾਂ ਦੇ ਉੱਤੇ ਸੈਟਲ ਹੁੰਦੇ ਹਾਂ ਕਿ ਇੱਕ ਵਧੀਆ ਭਵਿੱਖ ਹੋਏਗਾ, ਸੁਨਹਿਰਾ ਭਵਿੱਖ ਹੋਏਗਾ, ਅਤੇ ਉੱਥੇ ਜਾ ਕੇ ਅਸੀਂ ਆਪਣੀ ਪਰਿਵਾਰ ਸਮੇਤ ਜਾਨ ਵੀ ਗਵਾ ਲੈਂਦੇ ਹਾਂ। ਤਾਂ ਨੈਚੁਰਲੀ ਇਹ ਬਹੁਤ ਹੀ ਮਾੜਾ ਹੈ। ਔਰ ਬਾਕੀ ਤੁਹਾਡੀ ਗੱਲ ਠੀਕ ਹੈ ਕਿ ਇਨਵੈਸਟੀਗੇਸ਼ਨਸ ਹੋਣਗੀਆਂ, ਕਿਸੇ ਨੂੰ ਸਜ਼ਾ ਵੀ ਹੋ ਜਾਂਦੀ ਹੈ, ਫਿਰ ਵੀ ਭਾਣਾ ਤਾਂ ਵਾਪਰ ਗਿਆ। ਜਿਹੜਾ ਨੁਕਸਾਨ ਹੈ ਉਹ ਕਮ ਸੇ ਕਮ ਪੂਰਾ ਨਹੀਂ ਹੁੰਦਾ। ਔਰ ਇਹ ਤੋਂ ਕਿਤੇ ਨਾ ਕਿਤੇ ਸਾਨੂੰ ਬੇਸਿਕਲੀ ਹਰ ਕੋਈ ਸੱਤਾ ਬਚਾਉਣ ਦੇ ਪਿੱਛੇ ਜ਼ਿਆਦਾ ਆ, ਮਾਨਵਤਾ ਬਚਾਉਣ ਵਾਲਾ ਕੰਮ ਥੋੜ੍ਹਾ ਜਿਹਾ ਅੱਜ ਕੱਲ੍ਹ ਪੁੱਠਾ ਹੋ ਗਿਆ। ਬਿਲਕੁਲ ਸਹੀ ਗੱਲ ਹੈ। ਜੇ ਸਾਡੀਆਂ ਗੌਰਮੈਂਟਸ, ਸਾਡੀਆਂ ਸਰਕਾਰਾਂ ਧਿਆਨ ਦੇਣ, ਸਾਡੇ ਪੰਜਾਬ ਦੇ ਅੰਦਰ ਹੀ ਰੋਜ਼ਗਾਰ ਹੋਵੇ, ਸੁਨਹਿਰੇ ਭਵਿੱਖ ਹੋਣ, ਤਾਂ ਬਾਹਰ ਦੀ ਧਰਤੀ 'ਤੇ ਜਾ ਕੇ ਧੱਕੇ ਖਾਣ ਦੀ ਕੀ ਲੋੜ ਹੈ। ਹਾਂ, ਜੇ ਕੋਈ ਵਧੀਆ ਓਪਰਚੁਨਿਟੀ ਹੈ, ਤੁਹਾਡੇ ਟੈਲੈਂਟ ਨੂੰ, ਤੁਹਾਡੇ ਹੁਨਰ ਨੂੰ ਕਿਤੇ ਕਦਰ ਮਿਲਦੀ ਹੈ, ਉਹ ਵੱਖਰੀ ਗੱਲ ਹੈ। ਬਟ ਇਹ ਨਹੀਂ ਕਿ ਹਰ ਦੂਸਰਾ ਬੰਦਾ ਉੱਠ ਕੇ ਪੰਜਾਬ ਨੂੰ ਛੱਡ ਕੇ ਕੈਨੇਡਾ, USA ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਤੁਰਿਆ ਫਿਰਦਾ। ਮੈਨੂੰ ਸੰਜੀਵ ਜੀ ਗੱਲ ਯਾਦ ਹੈ, ਮੈਂ ਕੱਲ੍ਹ ਕੋਈ ਸੋਸ਼ਲ ਮੀਡੀਆ 'ਤੇ ਵੇਖਿਆ ਸੀ, ਕੋਈ ਟੀਚਰ ਸੀ, ਸ਼ਾਇਦ ਕੋਈ ਗਵਰਨਮੈਂਟ ਦੇ ਅਗੇਂਸਟ, ਕਰੰਟ ਪ੍ਰੈਜ਼ੈਂਟ ਗਵਰਨਮੈਂਟ ਦੇ, ਪੰਜਾਬ ਗਵਰਨਮੈਂਟ ਦੇ ਅਗੇਂਸਟ ਕੋਈ ਮੁਜ਼ਾਹਰਾ ਕਰ ਰਹੀ ਸੀ। ਔਰ ਉਹ ਕਹਿ ਰਹੇ ਸੀ ਕਿ ਸਾਡੇ ਕੋਲ ਆਈਲੈਟਸ ਦੇ ਬੈਂਡ ਵੀ ਹੈਗੇ, ਸਾਡੇ ਕੋਲ ਐਕਸਪੀਰੀਅੰਸ ਵੀ ਹੈਗਾ, ਅਗਰ ਤੁਸੀਂ ਸਾਡੀ ਇੱਥੇ ਬੁੱਕਤ ਨਹੀਂ ਪਾਉਣੀ ਤੇ ਕੈਨੇਡਾ ਅਮਰੀਕਾ ਵਾਲੇ ਪਾਉਂਦੇ ਆ, ਫਿਰ ਜਾਂ ਸਾਨੂੰ ਸਿੱਧਾ ਕਹਿ ਦਿਓ ਵੀ ਅਸੀਂ ਉੱਥੇ ਚੱਲ ਜਾਈਏ। ਸੋ ਇਹ ਵੀ ਮੰਦਭਾਗਾ ਆ ਕਿ ਬੇਸਿਕਲੀ ਸਾਡਾ ਬ੍ਰੇਨ ਡਰੇਨ ਹੋ ਰਿਹਾ। ਸੋ ਕਿਤੇ ਨਾ ਕਿਤੇ ਸਾਡੀ ਇੱਥੇ ਦੀ ਜਿਹੜੀ ਇੰਪਲੋਏਬਿਲਟੀ ਹੈ, ਇੱਥੇ ਆਉਣ ਵਾਲਾ ਫਿਊਚਰ, ਉਹਨੂੰ ਵੀ ਵੇਖ ਕੇ ਅਗਰ ਕਲਪਨਾ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਇੰਨੇ ਜ਼ਿਆਦਾ ਸਹਿਨਸ਼ੀਲ ਹੋਣਗੇ। ਅਗਰ ਅਸੀਂ ਹੇਟਡ ਕ੍ਰਾਈਮਸ ਦੀ ਗੱਲ ਕਰੀਏ ਜਾਂ ਅਸੀਂ ਅਗਲਾ ਰੇਸਿਸਟ ਹੋਣ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਕਿ ਜਿਸ ਸਵੀਕ੍ਰਿਤੀ ਨਾਲ, ਜਿਸ ਓਪਨਨੈਸ ਦੇ ਨਾਲ ਸਾਨੂੰ ਵੈਸਟ ਨੇ ਅਪਣਾਇਆ ਆ, ਅਸੀਂ ਇੱਥੇ ਹੀ ਇੰਡੀਆ ਦੇ ਅਲੱਗ-ਅਲੱਗ ਜਗ੍ਹਾ ਤੋਂ ਆਏ ਲੋਕਾਂ ਨੂੰ ਵਸਣ ਲਈ ਉਹਨੇ ਅਸੀਂ ਓਪਨ ਹਾਰਟਡ ਹੋਵਾਂਗੇ ਨਹੀਂ ਹੋ ਔਰ ਇਹ ਫਿਊਚਰ ਦੇ ਵਿੱਚ ਗਾਂ ਦੀ ਗਾਂ ਲਾਈਕ ਉਹ ਵਾਲੇ ਸੰਦਰਭ ਇੱਥੇ ਵੀ ਪੈਦਾ ਹੋਣਗੇ। ਸੋ ਖੈਰ ਪ੍ਰਮਾਤਮਾ ਸੁੱਖ ਰੱਖੇ ਸਭ ਪਾਸੇ। CM ਮਾਨ ਤਾਂ ਕਹਿ ਚੁੱਕੇ ਨੇ ਕਿ ਅੰਗਰੇਜ਼ ਆ ਕੇ ਇੱਥੇ ਨੌਕਰੀ ਕਰਿਆ ਕਰਨਗੇ ਸਾਡੇ ਪੰਜਾਬ ਦੇ ਵਿੱਚ। ਤੁਸੀਂ ਪੰਜਾਬੀਆਂ ਨੂੰ ਹੀ ਨੌਕਰੀ ਦੇ ਦਿਓ, ਅੰਗਰੇਜ਼ਾਂ ਦੀ ਗੱਲ ਤੇ ਬਾਅਦ 'ਚ ਕਰ ਲਾਂਗੇ। ਬਟ ਇੱਕ ਗੱਲ ਹੈ ਕਿ ਇੱਕ ਬੰਦੇ ਦਾ ਜੇ ਟੈਲੈਂਟ ਵੇਸਟ ਹੋ ਜਾਵੇ,
ਇਸ ਤੋਂ ਵੱਡੀ ਸਜ਼ਾ ਉਹਦੇ ਵਾਸਤੇ ਕੋਈ ਹੋਰ ਹੋ ਨਹੀਂ ਸਕਦੀ। ਔਰ ਇਸੇ ਕਰਕੇ ਵਿਦੇਸ਼ੀ ਧਰਤੀਆਂ ਤੇ ਜਾਂਦੇ ਨੇ ਜਿੱਥੇ ਆ ਕੇ ਆਪਣਾ ਟੈਲੈਂਟ ਉਹ ਇਸਤੇਮਾਲ ਕਰਦੇ ਨੇ ਔਰ ਆਪਣਾ ਫਿਊਚਰ ਬਣਾਉਂਦੇ ਨੇ ਤਾਂ ਕਿ ਟੈਲੈਂਟ ਵੇਸਟ ਨਾ ਹੋਵੇ। ਸੋ ਇਸੇ ਨੂੰ ਆਪਾਂ ਅੱਗੇ ਵਧਾਉਂਦੇ ਹਾਂ ਕਿ ਟੈਲੈਂਟ ਵੇਸਟ ਨਾ ਹੋਵੇ। ਇਸ ਕਰਕੇ ਬਾਹਰ ਦੀ ਦੁਨੀਆ ਦੇ ਵਿੱਚ ਜਾ ਕੇ ਅਸੀਂ ਆਪਣੇ ਪੈਰ ਪਸਾਰਨੇ ਸ਼ੁਰੂ ਕਰਦੇ ਹਾਂ। ਜੀ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਦੱਸੀਏ ਵੀ ਜਿਹੜਾ ਜਿਸ ਕੰਮ ਲਈ ਸਾਡੇ ਨਾਲ ਜੁੜਦੇ ਨੇ ਆਪਾਂ ਉਹਦੇ ਉੱਥੇ ਆ ਰਹੇ ਹਾਂ, ਉੱਥੇ ਮੈਂ ਆ ਰਿਹਾ ਕਿ USA ਦੇ ਵਿੱਚ ਅਸੀਂ ਜਾ ਕੇ ਆਪਣੇ ਟੈਲੈਂਟ ਦਾ ਕਿੱਦਾਂ ਮੁੱਲ ਪਵਾ ਸਕਦੇ ਹਾਂ। ਇਸ ਦੇ ਉੱਤੇ ਆਪਾਂ ਆਉਂਦੇ ਹਾਂ ਕਿ ਕੀ ਸਟੇਟਸ ਹੈ ਅੱਜ ਕੱਲ੍ਹ ਇਹ ਐਪਲੀਕੇਸ਼ਨਸ ਦਾ, ਐਪਲੀਕੈਂਟਸ ਦਾ। ਇਮੀਗ੍ਰੈਂਟ ਕੇਸਿਸ ਕਾਫੀ ਤੇਜ਼ੀ ਨਾਲ ਨਿਕਲਣੇ ਸ਼ੁਰੂ ਹੋਏ। ਅੱਜ ਕੱਲ੍ਹ ਤਕਰੀਬਨ ਜਿੰਨੀਆਂ ਅਪਾਇੰਟਮੈਂਟਸ ਰੁਕੀਆਂ ਹੋਈਆਂ ਸੀਗੀਆਂ, ਆਲਮੋਸਟ ਜਿਹੜੇ ਕੇਸਿਸ ਜਿਨ੍ਹਾਂ ਦੀ ਵਾਰੀ ਆਈ ਹੈ, ਜਿਹੜੇ 19 ਦੇ ਵਿੱਚ ਸਟਰਕ ਹੋ ਗਏ ਸੀ, 19 ਤੋਂ ਬਾਅਦ ਵਾਲੇ ਜਿੰਨੇ ਵੀ ਕੇਸਿਸ ਸੀਗੇ ਉਹਨਾਂ 'ਚ ਬਹੁਤ ਤੇਜ਼ੀ ਹੈ। ਇਸ ਟਾਈਮ ਅਪਾਇੰਟਮੈਂਟਸ ਲਗਾਤਾਰ ਸਭ ਨੂੰ ਮਿਲ ਰਹੀਆਂ ਨੇ ਔਰ ਸਟਿਲ ਐਪਲੀਕੈਂਟਸ ਖੁਦ ਕਰ ਸਕਦੇ ਨੇ ਕਿ ਤੁਸੀਂ ਸ਼ਡਿਊਲ ਕਰ ਲਓ, ਤੁਹਾਨੂੰ ਐਮਬੈਸੀ ਤੋਂ ਕਾਲ ਵੀ ਆ ਜਾਏਗੀ। ਅਗਰ ਤੁਹਾਡੇ ਕੋਲ ਲਾਈਕ ਈਮੇਲ ਵੀ ਆ ਰਹੀ ਹੈ 60 ਦਿਨ ਵਾਲੀ ਜਾਂ ਕੋਈ ਇਦਾਂ ਦੀ ਨੋਟੀਫਿਕੇਸ਼ਨ ਆ ਰਹੀ ਕਿ ਤੁਹਾਡੇ ਕੋਲ ਹਾਲੇ ਈਮੇਲ ਫਾਈਨਲ ਅਪਾਇੰਟਮੈਂਟ ਨਹੀਂ ਹੈਗੀ, ਤੁਸੀਂ ਇੱਕ ਨੁਕਤਾ ਅਪਣਾ ਸਕਦੇ ਹੋ। ਸੋ ਤੁਸੀਂ ਆਪਣੀ ਖੁਦ ਦੀ ਪ੍ਰੋਫਾਈਲ ਦੇ ਉੱਪਰ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਔਰ ਉਸ ਅਪਾਇੰਟਮੈਂਟ ਦੇ ਵਿੱਚ ਅਗਰ ਤੁਹਾਡਾ ਕੇਸ ਕਈ ਵਾਰੀ ਤੁਹਾਡਾ ਕੇਸ ਟ੍ਰਿਗਰ ਹੋ ਜਾਂਦਾ ਬਿਕੋਜ਼ NVC ਤੋਂ ਤੁਹਾਡਾ ਕੇਸ ਅਪਰੂਵ ਹੋ ਗਿਆ, NVC ਤੋਂ ਬਾਅਦ ਤੁਹਾਡਾ ਕੇਸ ਇੱਥੇ ਹੁਣ ਮੁੰਬਈ ਪਿਆ ਆ, ਮੁੰਬਈ ਦੇ ਵਿੱਚ ਤੁਹਾਡੇ ਕੇਸ ਦਾ ਬਹੁਤ ਪਾਈਲ ਅਪ ਹੋਇਆ, ਬਹੁਤ ਢੇਰ ਲੱਗਾ ਆ। ਸੋ ਕਈ ਵਾਰੀ ਇਹ ਟ੍ਰਿਗਰ ਕੀਤਾ ਫਾਰਮੂਲੇ ਨਾਲ ਤੁਹਾਡਾ ਕੇਸ ਪ੍ਰਾਇੋਰਟੀ ਦੇ ਉੱਪਰ ਆ ਜਾਂਦਾ ਹੈ। ਸੋ ਆਪਣੀਆਂ ਅਪਾਇੰਟਮੈਂਟਸ ਤੁਸੀਂ ਬੁੱਕ ਕਰ ਲਓ, ਉਹਦੇ 2 ਰਿਜ਼ਲਟ ਆਉਣਗੇ, ਜਾਂ ਤੁਹਾਨੂੰ ਕਾਲ ਆਏਗੀ ਐਮਬੈਸੀ ਤੋਂ, ਉਸ ਅਪਾਇੰਟਮੈਂਟ ਨੂੰ ਕੈਂਸਲ ਕਰ ਦੇਣਗੇ। ਦੂਸਰਾ ਹੈ ਕਿ ਉਸ ਅਪਾਇੰਟਮੈਂਟ ਨੂੰ ਆਨਰ ਕਰ ਦੇਣਗੇ ਕਿ ਤੁਸੀਂ ਉਸ ਅਪਾਇੰਟਮੈਂਟ ਦੇ ਉੱਪਰ ਆਪਣਾ ਮੈਡੀਕਲ, ਆਪਣੀ PCC ਲੈ ਕੇ ਪਹੁੰਚ ਜਾਓ ਔਰ ਬਿਕੋਜ਼ ਉਹ ਐਮਬੈਸੀ ਤੋਂ ਤੁਹਾਡੀ ਨੋਟੀਫਿਕੇਸ਼ਨ ਹੈ। ਔਰ ਤੁਸੀਂ ਇਹਦੇ ਨਾਲ ਇੱਕ ਫਾਰਮੂਲਾ ਹੈ, ਅਸੀਂ ਕੁਝ ਐਪਲੀਕੇਸ਼ਨਸ ਨੂੰ ਟ੍ਰਿਗਰ ਕਰਕੇ ਵੇਖਿਆ, ਹਾਲਾਂਕਿ ਇਹ ਕੋਈ ਇਹਨੂੰ ਮੈਂ ਬਹੁਤ ਜ਼ਿਆਦਾ ਐਂਡੋਰਸ ਨਹੀਂ ਕਰ ਸਕਦਾ, ਇੱਕ ਛੋਟੀ ਜਿਹੀ ਪ੍ਰੈਕਟਿਸ ਹੈ, ਇਹ ਕਰਕੇ ਵੇਖੀ ਤੇ ਉਹਦਾ ਫਾਇਦਾ ਮਿਲਿਆ ਕਈ ਐਪਲੀਕੈਂਟਸ ਨੂੰ। ਸੋ ਇਹ ਤੁਸੀਂ ਖੁਦ ਆਪਣੇ ਲੈਵਲ ਦੇ ਉੱਪਰ ਕਰ ਸਕਦੇ ਹੋ ਔਰ ਇਹ ਕਰੋਗੇ ਤੁਹਾਡਾ ਕੇਸ, ਤੁਹਾਡਾ ਨਹੀਂ ਵੀ ਵਾਰੀ ਆਏਗੀ, ਤੁਹਾਡਾ ਅਪਾਇੰਟਮੈਂਟ ਕੈਂਸਲ ਵੀ ਹੋ ਜਾਏਗੀ ਬਟ ਤੁਹਾਡਾ ਕੇਸ ਜ਼ਰੂਰ ਟ੍ਰਿਗਰ ਹੋ ਜਾਏਗਾ। ਓਕੇ, ਸੋ ਫਿਰ ਸਟੂਡੈਂਟਸ ਵੀਜ਼ਾ ਆਪਾਂ ਜਾਣਨਾ ਚਾਹਾਂਗੇ ਔਰ ਟੂਰਿਜ਼ਮ ਦੇ ਬਾਰੇ ਵੀ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ, ਇਹਨਾਂ ਦਾ ਦੋਵਾਂ ਦਾ ਕੀ ਸਟੇਟਸ ਚੱਲ ਰਿਹਾ? ਅੰਬੈਸੀ ਨੇ ਵੈਬੀਨਾਰ ਕੀਤਾ ਲਾਈਕ ਕੁਝ ਦਿਨ ਪਹਿਲਾਂ ਔਰ ਉਹਦੇ ਵਿੱਚ ਬਹੁਤ ਕਲੀਅਰਲੀ ਉਹਨਾਂ ਨੇ ਡਿਫਾਈਨ ਕੀਤਾ ਕਿ ਅਸੀਂ ਮਿਡ ਅਕਤੂਬਰ ਤੋਂ ਬਹੁਤ ਸਾਰੇ ਸਲੋਟ, ਥੋੜੇ ਬਹੁਤ ਨਹੀਂ ਬਹੁਤ ਸਾਰੇ ਸਲੋਟਸ ਔਰ ਸਾਰੀਆਂ ਕੈਟਾਗਰੀਜ਼ ਦੇ ਵਿੱਚ ਅਸੀਂ ਓਪਨ ਕਰਨ ਜਾ ਰਹੇ ਹਾਂ। ਔਰ ਅਸੀਂ ਵੀ ਆਪਣੇ ਪੇਜਸ ਤੋਂ ਤਕਰੀਬਨ ਜਿਹੜੇ ਸਾਡੇ ਸੋਸ਼ਲ ਮੀਡੀਆ ਪੇਜਸ ਨੇ ਉਹਨਾਂ ਤੋਂ ਬਾਰ-ਬਾਰ ਦੱਸਦੇ ਰਹਿੰਦੇ ਹਾਂ ਕਿ ਅਪਾਇੰਟਮੈਂਟਸ ਫ੍ਰੀ ਹੁੰਦੀਆਂ ਨੇ, ਪੇਡ ਨਹੀਂ ਹੁੰਦੀਆਂ, ਕੋਈ ਐਮਬੈਸੀ ਪੈਸੇ ਲੈ ਕੇ ਤਰੀਕਾ ਨਹੀਂ ਦਿੰਦੀ। ਸੋ ਇਸ ਕਰਕੇ ਅਮਰੀਕਾ ਵਿੱਚ ਤੇ ਖਾਸ ਕਰਕੇ ਕੋਈ ਇਦਾਂ ਦੀ ਪ੍ਰੋਵੀਜ਼ਨ ਨਹੀਂ ਹੁੰਦੀ ਕਿ ਤੁਹਾਨੂੰ ਪੈਸੇ ਦੇ ਕੇ ਤਰੀਕ ਲੈਣੀ ਪਵੇ। ਸੋ ਇੰਤਜ਼ਾਰ ਕਰੋ, ਅਗਰ ਤੁਸੀਂ ਕਾਫੀ ਲੰਬਾ ਸਮਾਂ ਵੇਟ ਕੀਤਾ ਆ ਤੇ ਹੁਣ ਇਹ ਸਮਾਂ ਹੈ ਤੁਸੀਂ ਤਰੀਕਾ ਆਪਣੀਆਂ ਬੁੱਕ ਕਰ ਸਕਦੇ ਹੋ। ਤੁਸੀਂ ਆਪਣੀ ਐਮਬੈਸੀ ਦੀਆਂ ਫੀਸਾਂ ਪੇ ਕਰੋ ਔਰ ਮਿਡ ਅਕਤੂਬਰ ਤੋਂ ਜਿਹੜੇ ਸਲੋਟਸ ਨੇ ਬਹੁਤ ਸਾਰੇ ਓਪਨ ਹੋਣ ਜਾ ਰਹੇ ਔਰ ਸਲੋਟ ਸਾਰੇ ਤੁਹਾਨੂੰ ਨਵੰਬਰ ਦਸੰਬਰ ਦੇ ਜਿਹੜੇ ਸਲੋਟਸ ਮਿਲ ਰਹੇ ਨੇ ਇਸ ਟਾਈਮ ਔਰ ਮਿਲਣਗੇ, ਜਿਹੜੇ ਤੁਹਾਨੂੰ ਸਲੋਟਸ ਮਿਲਣਗੇ। ਔਰ ਇਹਦੇ ਤਰੀਕਾਂ ਵਾਲਾ ਜਿਹੜਾ ਸਿਲਸਿਲਾ ਆ ਉਹ ਐਮਬੈਸੀ ਨੇ ਮਤਲਬ ਇੱਕ ਪਾਸੇ ਸਾਈਡ ਤੋਂ ਕਰਕੇ ਰੱਖਤਾ ਕਿ ਉਹ ਬਹੁਤ ਹੋ ਗਿਆ ਜਿੰਨਾ ਸੀਗਾ ਮਸਲਾ। ਸੋ ਹੁਣ ਦੀ ਕੋਈ ਇਦਾਂ ਦੀ ਮਸਲਾ ਨਹੀਂ ਹੈ। ਸੋ ਹੁਣ ਇਹ ਕੰਟੀਨਿਊਟੀ ਦੇ ਵਿੱਚ ਚੀਜ਼ਾਂ ਰਹਿਣਗੀਆਂ। ਸੋ ਕੰਟੀਨਿਊਸ਼ਨ ਦੇ ਵਿੱਚ ਜਿਹੜੀਆਂ ਐਪਲੀਕੇਸ਼ਨ ਦਾ ਜਿਹੜਾ ਪ੍ਰੋਸੈਸ ਆ, ਜਿਹੜਾ ਪ੍ਰੋਸੀਜਰ ਆ, ਉਹ ਚੱਲਦਾ ਰਹੇਗਾ। ਹਾਲਾਂਕਿ ਇਹ ਐਮਬੈਸੀ ਨੇ ਇੱਕ ਵਾਰੀ ਕਨਫਰਮ ਵੀ ਕੀਤਾ ਸੀ, ਇੱਥੇ ਜਿਹੜੀ ਨਿਊ ਦਿੱਲੀ ਐਮਬੈਸੀ ਨੇ ਮਿਡ ਜੁਲਾਈ ਦੇ ਵਿੱਚ ਕਿਹਾ ਸੀ ਕਿ ਅਸੀਂ ਸੈਪਟੰਬਰ ਦੇ ਵਿੱਚ ਅਸੀਂ ਓਪਨ ਅਪ ਕਰਾਂਗੇ। ਉਹ ਇਹਨਾਂ ਕੋਲ ਵਾਅਦਾ ਪੂਰਾ ਨਹੀਂ ਕਰ ਹੋਇਆ। ਸੋ ਸੈਪਟੰਬਰ ਵਾਲੀਆਂ ਜਿਹੜੀਆਂ ਅਪਾਇੰਟਮੈਂਟ ਸੀਗੀਆਂ ਉਹੀ ਜਿਹੜੀਆਂ ਸੈਪਟੰਬਰ 'ਚ ਓਪਨ ਹੋਣੀਆਂ ਸੀ ਮਿਡ ਅਕਤੂਬਰ ਤੇ ਜਾ ਕੇ ਸਵਿਚ ਹੋ ਗਈਆਂ। ਸੋ ਇਹਦਾ ਅਗਰ ਪੋਜ਼ਿਟਿਵ ਸਾਈਡ ਵੇਖੀਏ, ਇੱਕ ਪਾਸੇ ਅਸੀਂ ਕਹਿ ਸਕਦੇ ਕਿ ਐਮਬੈਸੀ ਮੁੱਕਰ ਗਈ, ਵਾਅਦੇ ਤੋਂ ਐਮਬੈਸੀ ਨੇ ਕਿਹਾ ਸੀ ਸਤੰਬਰ 'ਚ ਖੋਲਾਂਗੇ ਤੇ ਗਾਂ ਖੋਲੀਆਂ ਨਹੀਂ ਤੇ ਕੰਮ ਨਿਬੜ ਗਿਆ। ਬਟ ਅਗਰ ਦੀ ਪੋਜ਼ਿਟਿਵ ਸਾਈਡ ਵੇਖਾਂਗੇ ਕਿ ਯੈਸ ਇਹ ਵੀ ਇੱਕ ਬਿਜ਼ਨਸ ਵਾਂਗੂ, ਬਿਜ਼ਨਸ ਹਾਊਸ ਵਾਂਗੂ ਆ, ਕੰਮਕਾਰ ਜਿਸ ਤਰੀਕੇ ਨਾਲ ਚੱਲਦੇ ਨੇ ਉਸੇ ਤਰੀਕੇ ਨਾਲ ਹੀ ਆ। ਸੋ ਐਮਬੈਸੀ ਨੇ ਸ਼ੁਰੂ ਕਰਤੀਆਂ ਅਪਾਇੰਟਮੈਂਟਸ ਦੇਣੀਆਂ ਕਿ ਅਸੀਂ ਸਾਰੀਆਂ ਤਿਆਰੀ ਕਰ ਲਈਏ ਤਾਂ ਔਰ ਇਹ ਸਾਰਾ ਅਮਲਾ ਤਿਆਰ ਕਰ ਲਿਆ। ਬਟ ਫਾਈਨਲੀ ਕੁਝ ਚੀਜ਼ਾਂ ਦੇ ਫਾਈਨਲ ਟੱਚਸ ਰਹਿ ਗਏ, ਕਿਤੇ ਜਿੰਨੇ ਦੀ ਮੈਨ ਪਾਵਰ ਚਾਹੀਦੀ ਸੀ ਉਨੀ ਘੱਟ ਰਹਿ ਗਈ, ਜਾਂ ਜਿਸ ਤਰ੍ਹਾਂ ਦੇ ਇੰਤਜ਼ਾਮ ਚਾਹੀਦੇ ਸੀ ਬਿਕੋਜ਼ ਬਹੁਤ ਸਾਰੇ ਲੋਕ 2-2.5 ਸਾਲ ਤੋਂ ਵੇਟ ਕਰ ਰਹੇ ਨੇ ਅਪਾਇੰਟਮੈਂਟਸ ਦੀ। ਸੋ ਉਹ ਇੰਤਜ਼ਾਮ 100% ਐਕੂਰੇਟ ਨਹੀਂ ਰਹੇ ਤਾਂ ਐਮਬੈਸੀ ਨੇ ਉਹਨੂੰ 2 ਵੀਕਲੀ ਫਰਦਰ ਐਕਸਟੈਂਡ ਕਰ ਲਿਆ। ਸੋ ਇੱਥੋਂ ਕਾਫੀ ਪੋਜ਼ਿਟਿਵਿਟੀ ਦਿਸਦੀ ਹੈ ਕਿ ਯੈਸ ਇਹ ਕਰਨਾ ਚਾਹੁੰਦੇ ਆ, ਇੰਟੈਂਟ ਹੈਗਾ ਆ। ਸੋ ਉਹ ਕਰਨਾ ਚਾਹੁੰਦੇ ਨੇ, ਇੰਟੈਂਸ਼ਨ ਕਲੀਅਰਲੀ ਦਿਸਦੀ ਆ। ਸੋ ਬਾਕੀ ਫਾਈਨਲੀ ਕਨਫਰਮ ਉਦੋਂ ਹੀ ਹੋਣਾ ਜਦੋਂ ਤੁਹਾਨੂੰ ਤਰੀਕਾ ਮਿਲਣ ਲੱਗ ਪਈਆਂ। ਔਰ ਅੱਜ ਲਾਈਕ ਤੁਸੀਂ 1 ਵੀਕ ਦਾ ਸਮਾਂ ਰਹਿ ਗਿਆ। ਸੋ ਆਈ ਹੋਪ ਕਿ ਨੈਕਸਟ ਵੀਕ ਤੱਕ ਚੀਜ਼ਾਂ 'ਚ ਬਹੁਤ ਜ਼ਿਆਦਾ ਕਲੈਰਿਟੀ ਆ ਜਾਏਗੀ। ਔਰ ਅਸੀਂ ਖੁਦ ਜਦੋਂ ਸਕਰੋਲ ਕਰਦੇ ਹਾਂ ਚੀਜ਼ਾਂ ਦੇ ਉੱਪਰ, ਇਮੀਗ੍ਰੈਂਟਸ ਦੀਆਂ ਜਿੱਦਾਂ ਅਪਾਇੰਟਮੈਂਟਸ ਰੈਗੂਲਰਲੀ ਮਿਲ ਰਹੀਆਂ ਨੇ, ਨਾਨ ਇਮੀਗ੍ਰੈਂਟ ਕੇਸਿਸ ਦੇ ਵਿੱਚ ਹਾਲੇ ਤੁਹਾਨੂੰ ਸਲੋਟਸ ਕਿਤੇ ਦਿਸਦੇ ਨੇ ਕਿਤੇ ਨਹੀਂ ਦਿਸਦੇ।
ਸੋ ਔਨ ਐਂਡ ਆਫ ਆ, ਬਟ ਉਹਨਾਂ ਨੇ ਕਨਫਰਮ ਕੀਤਾ ਕਿ ਬਹੁਤ ਵੱਡੇ ਚੰਕਸ ਤੁਹਾਨੂੰ ਮਿਲਣਗੇ, ਤੁਹਾਨੂੰ ਛੋਟਾ ਮੋਟਾ ਇਹ ਵੇਖਣ ਦੀ ਲੋੜ ਨਹੀਂ। ਸੋ ਅਵੇਲੇਬਿਲਿਟੀ ਤੁਹਾਨੂੰ ਕਾਫੀ ਅਬੰਡੈਂਸ ਦੇ ਵਿੱਚ ਹੋਏਗੀ। ਇਹ ਅਬੰਡੈਂਸ ਵਰਡ ਜਿਹੜਾ ਯੂਜ਼ ਕੀਤਾ ਉਹਦਾ ਕਰਕੇ ਮਨ ਦੇ ਵਿੱਚ ਇੱਕ ਲੱਗਦਾ ਕਿ ਯੈਸ ਇਹ ਇੱਕਦਮ ਫੁੱਲ ਸਪੀਡ 100 ਦੀ ਸਪੀਡ ਵਾਲਾ ਫਾਰਮੂਲਾ ਆ ਗਿਆ ਕਿ ਹੁਣ ਇਹ ਭੱਜੇਗਾ, ਪੂਰੀ ਰਫ਼ਤਾਰ ਦੇ ਉੱਪਰ ਦੌੜੇਗਾ। ਹੁਣ ਇੱਕ ਚੀਜ਼ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਜਿਹੜਾ ਵੈਬੀਨਾਰ ਕੀਤਾ ਹੈ ਸਾਰੀਆਂ ਐਮਬੈਸੀਜ਼ ਨੇ, ਇਹਦੀ ਕੋਈ ਰਿਕਾਰਡਿੰਗਸ, ਇਹਦਾ ਕੋਈ ਸਾਰਾ ਤੁਸੀਂ ਇਹਨੂੰ ਆਲਮੋਸਟ ਸਾਰੇ ਤੁਸੀਂ ਇੰਸਟਾ ਦੇ ਉੱਪਰ ਵੇਖ ਸਕਦੇ ਹੋ, ਤੁਸੀਂ ਫੇਸਬੁੱਕ ਦੇ ਉੱਪਰ ਵੇਖ ਸਕਦੇ ਹੋ, ਅਫੀਸ਼ੀਅਲ ਪੇजेस ਨੇ ਜਿਹੜੇ, ਤੁਸੀਂ ਉਹਨਾਂ ਦੇ YouTube ਪੇजेस ਦੇ ਉੱਪਰ ਵੇਖ ਸਕਦੇ। ਤੁਸੀਂ ਲਿਖਣਾ ਇਹੀ ਹੈ ਕਿ USA ਐਮਬੈਸੀ ਨਿਊ ਦਿੱਲੀ, ਔਰ ਉਹਦੇ 'ਚ ਤੁਸੀਂ ਵੀਡੀਓ ਸਕਰੋਲ ਕਰੋਗੇ ਤੁਹਾਨੂੰ ਲਾਸਟ ਵੀਕ ਦਾ ਵੀਡੀਓ ਇੱਕ ਮਿਲੇਗਾ, ਕਿਉਂਕਿ ਐਮਬੈਸੀ ਕਾਫੀ ਚੀਜ਼ਾਂ ਨੂੰ ਅਪਡੇਟ ਦਿੰਦੀ ਹੈ ਤਕਰੀਬਨ ਲਗਾਤਾਰ। ਔਰ ਤੁਸੀਂ ਲਾਸਟ ਵੀਕ ਦੇ ਅਗਰ ਵੀਡੀਓਜ਼ ਵੇਖੋਗੇ ਤਾਂ ਉਹਦੇ 'ਚ ਲਾਈਵ ਵੈਬੀਨਾਰ ਕੋਈ ਲਗਭਗ ਅੱਧੇ ਕੁ ਘੰਟੇ ਦਾ ਆ। ਸੋ ਉਹਦੇ 'ਚ ਬਹੁਤ ਸਾਰੇ ਸਵਾਲ ਰੀਡ ਕੀਤੇ ਉਹਨਾਂ ਨੇ। ਜਦੋਂ ਅਸੀਂ ਵੀ ਆਪਣੇ ਸਵਾਲ ਵੇਖਦੇ ਹਾਂ ਆਪਣੇ ਪ੍ਰੋਗਰਾਮ ਦੇ ਥੱਲੇ, ਤਾਂ ਤਕਰੀਬਨ ਉਹਦੇ 'ਚ ਸਭ ਤੋਂ ਵੱਧ ਸਵਾਲ ਇੱਕੋ ਹੀ ਹੁੰਦੇ ਨੇ ਕਿ ਆਹ ਕੈਟਾਗਰੀ ਦੀ ਅਪਾਇੰਟਮੈਂਟ ਕਦੋਂ ਓਪਨ ਹੋਏਗੀ। ਤੇ ਐਮਬੈਸੀ ਨੇ ਵੀ ਸੇਮ ਇਸੇ ਤਰੀਕੇ ਨਾਲ ਹੀ ਹੋਇਆ ਕਿ ਜਿਹੜੇ ਕਾਉਂਸਲਰ ਸੈਕਸ਼ਨ ਤੋਂ ਜਿਹੜੇ ਆ ਕੇ ਅਟੈਂਡ ਕਰ ਰਹੇ ਸੀ, ਉਹਨਾਂ ਨੂੰ ਸਿਰਫ ਇੱਕੋ ਸਵਾਲ ਬਾਰ-ਬਾਰ ਜਵਾਬ ਦੇਣਾ ਸੀ, ਇਹਦੀ ਤਰੀਕ ਕਦੋਂ ਖੁੱਲੂਗੀ, ਇਹਦੀ ਤਰੀਕ ਕਦੋਂ ਖੁੱਲੂਗੀ, ਇਹਦੀ ਤਰੀਕ ਕਦੋਂ ਖੁੱਲੂਗੀ। ਔਰ ਉਹਨਾਂ ਨੇ ਕਿਉਂਕਿ ਲਾਈਵ ਸੀ, ਉਹਨਾਂ ਨੇ ਕੱਲੇ ਨੂੰ ਆਨਸਰ ਕੀਤਾ ਆ। ਸੋ ਤੁਸੀਂ ਇੰਸਟਾ ਤੇ ਜਾਂ ਫੇਸਬੁੱਕ ਤੇ YouTube ਤੇ ਤੁਸੀਂ ਚੈੱਕ ਕਰ ਸਕਦੇ ਹੋ। ਸੋ ਤਿੰਨੇ ਚੈਨਲਸ ਦੇ ਉੱਪਰ ਉਹ ਅਵੇਲੇਬਲ ਨੇ। ਦੈਟਸ ਗ੍ਰੇਟ, ਕਿਉਂਕਿ ਇਦਾਂ ਦੇ ਕੋਸ਼ਿਸ਼ਾਂ ਹੁੰਦੀਆਂ ਨੇ ਤੇ ਸਾਡੇ ਜਿਹੜੇ ਦਰਸ਼ਕ ਨੇ ਔਰ ਵਾਕਈ ਵੀ ਅਫੀਸ਼ੀਅਲ ਅਥੈਂਟਿਕ ਲਿੰਕ ਹੈ ਬੇਸਿਕਲੀ ਉਹਦੇ ਚ। ਯੈਸ, ਯੂ ਕੈਨ ਟਰਸਟ ਅਪਨ। ਸੋ ਇਸ ਵਕਤ ਜਿਹੜਾ ਬੈਕਲੌਗ ਹੈ ਉਹ ਕਾਫੀ ਜ਼ਿਆਦਾ ਹੁਣ ਕਲੀਅਰ ਹੋ ਰਿਹਾ ਹੈ। ਕਲੀਅਰ ਹੋਊਗਾ, ਹਲੇ ਹੋਊਗਾ ਬੇਸਿਕਲੀ, ਕਿਉਂਕਿ ਉਹਦੀ ਤਿਆਰੀ ਹੈ ਸਾਰੀ। ਔਰ ਇੱਕ ਸਟੂਡੈਂਟਸ ਨੂੰ, ਜਿਹੜੇ ਸਟੂਡੈਂਟਸ ਇੱਕ ਵਾਰੀ ਰਿਫਿਊਜ਼ ਹੋ ਜਾਂਦੇ ਸੀ, ਉਹਨਾਂ ਨੂੰ ਐਮਬੈਸੀ ਨਹੀਂ ਲੈ ਰਹੀ ਸੀ, ਉਹ ਵੀ ਹਟਾਤਾ, ਹੁਣ ਰੋਕ ਹਟਾਤੀ ਹੈ। ਇਹ ਪ੍ਰੋਟੋਕਾਲ ਸੀ ਪਹਿਲਾਂ ਇੱਕ ਸੈੱਟ ਕਰਤਾ ਸੀਗਾ ਕਿ ਜਿਹੜੇ ਇੱਕ ਵਾਰੀ ਸਟੂਡੈਂਟ ਐਮਬੈਸੀ ਜਾ ਆਉਂਦਾ ਆ, ਉਹਨੇ ਜਦੋਂ ਸੈਕੰਡ ਟਾਈਮ ਐਮਬੈਸੀ ਜਾਣਾ ਸੀ ਤਾਂ ਉਹਨੂੰ ਰੋਕ ਦਿੱਤਾ ਜਾਂਦਾ ਸੀ, ਨਹੀਂ ਭਾਈ ਤੂੰ ਨਹੀਂ ਆ ਸਕਦਾ, ਬਾਕੀ ਕੋਈ ਵੀ ਆ ਜਾਵੇ। ਠੀਕ ਹੈ। ਔਰ ਸਟੂਡੈਂਟਸ ਥੋੜਾ ਲਾਈਕ ਡਿਸਕ੍ਰਿਮੀਨੇਸ਼ਨ ਫੀਲ ਕਰਦੇ ਸੀਗੇ ਕਿ ਮੇਰਾ ਕੋਈ ਚਾਂਸ ਰਹਿ ਗਿਆ ਤੇ ਮੈਂ ਜਾ ਕੇ ਲਾਈਕ ਐਤਕੀ ਪੂਰਾ ਕਰ ਲੂੰਗਾ। ਸੋ ਹੁਣ ਉਹਦਾ ਵੀ ਸਮਾਂ ਆ ਗਿਆ। ਸੋ ਜਿਹੜੇ ਸਟੂਡੈਂਟਸ ਰਿਫਿਊਜ਼ ਨੇ ਮਲਟੀਪਲ ਟਾਈਮ, ਚਾਹੇ ਰਿਫਿਊਜ਼ਲ ਨੇ, ਸੋ ਉਹ ਸਟੂਡੈਂਟਸ ਇਸ ਟਾਈਮ ਤਰੀਕਾਂ ਲੈ ਕੇ ਐਮਬੈਸੀ ਜਾ ਸਕਦੇ ਆ। ਸੋ ਇਸ ਟਾਈਮ ਡਿਸਕ੍ਰਿਮੀਨੇਸ਼ਨ ਕਮ ਸੇ ਕਮ ਐਮਬੈਸੀ ਨੇ ਬੰਦ ਕਰਤਾ ਆ ਕਿ ਉਹਦੇ 'ਚ ਜਿਹੜਾ ਸਟੂਡੈਂਟ ਨਵਾਂ ਸਟੂਡੈਂਟ ਆ ਜਾਂ ਸਟੂਡੈਂਟ ਪ੍ਰੀਵੀਅਸ ਸਟੂਡੈਂਟ ਆ, ਸੋ ਇਹਦੇ 'ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ। ਹੁਣ ਸਿੰਗਲ ਜਿਹੜੀ ਵਿੰਡੋ ਹੈ ਜਿਹਦੇ 'ਚ ਸਟੂਡੈਂਟ ਹੈ ਔਰ ਉਹਦਾ ਇਹ ਪ੍ਰੋਸੈਸ ਹੈ। ਸੋ ਦਿਸ ਇਜ਼ ਕਾਮਨ ਫॉर ਆਲ ਸਟੂਡੈਂਟਸ। ਸੋ ਇਹਦੇ ਹੁਣ ਇੰਡੀਵਿਜੂਅਲ ਇਦਾਂ ਲਾਈਕ ਡਿਫਰੈਂਸ਼ੀਏਸ਼ਨ ਹੈ ਨਹੀਂ। ਬਹੁਤ ਵਧੀਆ, ਤਾਂ ਸਟੂਡੈਂਟਸ ਬਹੁਤ ਖੁਸ਼ ਹੋਣਗੇ ਔਰ ਸਾਡੇ ਵੱਲੋਂ ਵੀ ਗੁੱਡ ਲੱਕ ਕਿ ਤੁਸੀਂ ਅਪਲਾਈ ਕੀਤਾ ਹੋਇਆ ਤੇ ਤੁਹਾਨੂੰ ਵੀ ਚੰਗਾ ਫਿਊਚਰ ਵੇਖਣ ਨੂੰ ਮਿਲੇ। ਔਰ ਤੁਸੀਂ ਵੀ ਸਾਡੇ ਇਸ ਚੈਨਲ ਦਾ ਸ਼ੁਕਰੀਆ ਅਦਾ ਕਰੋ ਕਿ ਜਿਹੜੀ ਵੀ ਇਨਫੋਰਮੇਸ਼ਨ, ਜਿਹੜੀ ਵੀ ਇਨਪੁਟ ਅਸੀਂ ਤੁਹਾਨੂੰ ਦੇ ਸਕਦੇ ਹਾਂ, ਪੋਸੀਬਲੀ ਤੁਹਾਡੇ ਕੰਮ ਆਵੇ। ਅਸੀਂ ਅੱਗੇ ਵਧਦੇ ਹਾਂ। ਸੋ ਇੱਕ ਚੀਜ਼ ਹੈ, ਇਹ ਟੂਰਿਜ਼ਮ ਇੰਡਸਟਰੀ, ਇਹਦੇ ਲੈ ਕੇ ਅਸੀਂ ਕਾਫੀ ਸੋਚਦੇ ਸੀ ਕਿ ਜਦੋਂ ਸਨਸ਼ਾਈਨ ਹੋਏਗਾ ਸਾਰੇ ਅਬਰੋਡ ਦੇ ਵਿੱਚ, ਜਿਹੜੇ ਕੰਟਰੀਜ਼ ਦੇ ਵਿੱਚ ਹਮੇਸ਼ਾ ਧੁੰਦ ਕੋਹਰਾ, ਇਹ ਠੰਡ ਛਾਈ ਰਹਿੰਦੀ ਹੈ, ਸਨਸ਼ਾਈਨ ਤੋਂ ਬਾਅਦ ਬਹੁਤ ਜ਼ਿਆਦਾ ਗੇਟਸ ਖੁੱਲਣਗੇ ਔਰ ਇਹ ਸਾਡੇ ਬੰਦੇ ਉੱਥੇ ਟੂਰਿਜ਼ਮ ਵਾਸਤੇ ਪਹੁੰਚਣਗੇ ਔਰ ਉਹਨਾਂ ਨੂੰ ਵੀ ਫਾਇਦਾ ਹੋਣਾ ਹੈ ਵਿਦੇਸ਼ੀ ਧਰਤੀ ਤੇ ਵੀ, ਕਿਉਂਕਿ ਉਹਨਾਂ ਨੂੰ ਪੈਸਾ ਆਏਗਾ ਔਰ ਉਹ ਵੀ ਬੜੇ ਖੁਸ਼ ਨੇ। ਸੋ ਉਸ ਦਾ ਕੀ ਸਟੇਟਸ ਹੈ? ਯੈਸ, ਉਹਦੇ 'ਚ ਕੋਈ ਸ਼ੱਕ ਨਹੀਂ ਆ। ਆਸਟ੍ਰੇਲੀਆ ਨੇ ਬਹੁਤ ਵੱਡੀ ਤਾਦਾਦ ਵਿੱਚ ਟੂਰਿਸਟ ਵੀਜ਼ਾ ਗ੍ਰਾਂਟ ਕੀਤੇ 3-3 ਸਾਲ ਦੇ, ਹਾਲੇ ਤੱਕ ਕਰ ਰਿਹਾ। ਆਸਟ੍ਰੇਲੀਆ 3 ਸਾਲ ਦਾ ਵੀਜ਼ਾ, 3 ਮਹੀਨੇ ਦੀ ਉਹਦੀ ਤੁਹਾਡੇ ਕੋਲ ਐਂਟਰੀ ਹੁੰਦੀ ਹੈ। ਔਰ ਬਹੁਤ ਸਾਰੇ ਲੋਕ ਜਾ ਕੇ ਸਟੂਡੈਂਟ ਦੇ ਵਿੱਚ ਸਵਿਚ ਕਰ ਲੈਂਦੇ ਆ ਕਿ ਇੱਥੇ ਟੂਰਿਸਟ ਜਾਂਦੇ, ਉੱਥੇ ਆ ਕੇ ਸਟੂਡੈਂਟ ਵੀਜ਼ਾ ਚੇਂਜ ਕਰ ਲਿਆ। ਸੋ ਕੈਨੇਡਾ ਵਿੱਚ ਸਮਾਂ ਵੱਧ ਲੱਗਿਆ, ਬਟ ਕੈਨੇਡਾ ਵਿੱਚ ਬਹੁਤ ਸਾਰੀਆਂ ਫੈਮਲੀਜ਼ ਨੇ ਟਰੈਵਲ ਕੀਤਾ ਆ। ਸੋ US ਦੇ ਵਿੱਚ ਜਿਹੜੇ ਡ੍ਰੌਪਬਾਕਸ ਦੇ ਐਪਲੀਕੇਸ਼ਨਸ ਆ, ਇਹ ਕਾਫੀ ਇੰਪੋਰਟੈਂਟ ਹੈ ਕਿ ਲਾਸਟ ਮੰਥ ਤੱਕ ਅਗਰ ਡ੍ਰੌਪਬਾਕਸ ਦੀਆਂ ਐਪਲੀਕੇਸ਼ਨਸ ਪੈਂਦੀਆਂ ਸੀਗੀਆਂ, ਉਹਨਾਂ ਨੇ 100% ਲੋਕਾਂ ਨੂੰ ਇੰਟਰਵਿਊ ਕਾਲ ਕਰੀ ਜਾਂਦੇ ਸੀ, ਚਾਹੇ ਸਟੂਡੈਂਟ ਸੀਗਾ, ਚਾਹੇ ਰਿਪੀਟਰ ਕੈਟਾਗਰੀ ਦੇ ਵਿੱਚ ਆ, ਚਾਹੇ 올ਡ ਏਜ ਵਾਲੇ ਆ। ਸੋ ਸਭ ਦੀਆਂ ਇੰਟਰਵਿਊ ਸ਼ਡਿਊਲ ਹੋ ਰਹੀਆਂ ਸੀ। ਸੋ ਇਸ ਸਮੇਂ ਦੇ ਵਿੱਚ ਅੰਬੈਸੀ ਅਗਰ ਤੁਹਾਡਾ ਡ੍ਰੌਪਬਾਕਸ ਐਪਲੀਕੇਸ਼ਨ ਆ, ਹਾਂਜੀ, ਉਹਨੂੰ ਵਿਦਆਊਟ ਇੰਟਰਵਿਊ ਵੀਜ਼ਾ ਗ੍ਰਾਂਟ ਕਰ ਰਹੀ ਆ। ਸੋ ਜਿਨ੍ਹਾਂ ਦੀ ਡ੍ਰੌਪਬਾਕਸ ਦੀ ਐਲੀਜੀਬਿਲਟੀ ਆ, ਉਹ ਜ਼ਰੂਰ ਫਾਇਦਾ ਲੈਣ ਇਸ ਸਮੇਂ ਦਾ, ਕਿਉਂਕਿ ਦਿਸ ਇਜ਼ ਦਾ ਟਾਈਮ ਕਿ ਇਸ ਸਮੇਂ ਅੰਬੈਸੀ ਆਪਣੀ ਸਪੀਡ ਵਧਾਉਣਾ ਚਾਹੁੰਦੀ ਆ। ਸੋ ਉਹ ਅਗਰ ਤੁਹਾਨੂੰ ਵੀ ਬ੍ਰੇਕਾਂ ਲਾਏਗੀ ਤਾਂ ਉਹਦਾ ਖੁਦ ਦਾ ਬੈਕਲੌਗ ਇਨਕਰੀਜ਼ ਕਰੇਗਾ। ਸੋ ਇਸ ਕਰਕੇ, ਕਿਉਂਕਿ ਡ੍ਰੌਪਬਾਕਸ ਕੇਸ ਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਅਪਾਇੰਟਮੈਂਟ ਸ਼ਡਿਊਲ ਨਹੀਂ ਕਰਨੀ ਪੈਂਦੀ। ਤੁਸੀਂ ਅੰਬੈਸੀ ਡ੍ਰੌਪਬਾਕਸ ਐਪਲੀਕੇਸ਼ਨ ਪਾਈ, ਤੁਹਾਡਾ ਪਾਸਪੋਰਟ ਜਾਂ ਤਾਂ ਵੀਜ਼ਾ ਲੱਗ ਕੇ ਆਏਗਾ, ਜਾਂ ਉਹਦੇ ਉੱਪਰ ਲਿਖਿਆ ਆ ਜਾਂਦਾ ਕਿ ਤੁਸੀਂ ਸਾਨੂੰ ਪਰਸਨਲੀ ਆ ਕੇ ਕਿਸੇ ਵੀ ਦਿਨ ਮਿਲੋ, ਨਾਲਾ ਲੈਟਰ ਲੈ ਕੇ ਆਉਣੀ। ਸੋ ਉਹ ਫਿਰ ਤੁਹਾਡਾ ਕੇਸ ਇੱਕਦਮ ਉੱਥੇ ਓਪਨ ਹੋ ਜਾਂਦਾ, ਤੁਹਾਡੇ ਨਾਲ ਗੱਲਬਾਤ ਕਰਦੇ ਤੇ ਵੀਜ਼ੇ ਦਾ ਫੈਸਲਾ ਦੇ ਦਿੰਦੇ। ਰਾਈਟ। ਸੋ ਡ੍ਰੌਪਬਾਕਸ ਐਪਲੀਕੇਸ਼ਨਸ ਨੂੰ ਪ੍ਰਾਇੋਰਟੀ ਹੈ। ਹੁਣ ਡ੍ਰੌਪਬਾਕਸ ਐਪਲੀਕੇਸ਼ਨਸ ਵੀਜ਼ਾ ਲੈ ਸਕਦੇ ਆ। ਸੋ ਅਗਰ ਤੁਹਾਡਾ ਕੋਈ ਪ੍ਰੀਵੀਅਸ ਕੈਟਾਗਰੀ ਦੇ ਵਿੱਚ ਵੀਜ਼ਾ ਸੀ ਤਾਂ ਡ੍ਰੌਪਬਾਕਸ ਦੀ ਐਲੀਜੀਬਿਲਟੀ ਆ।
ਅਗਰ ਤੁਹਾਡੇ ਕੋਲ ਤੁਸੀਂ ਤੁਹਾਡਾ ਵੀਜ਼ਾ ਚਾਹੇ ਐਕਸਪਾਇਰ ਵੀ ਹੋ ਗਿਆ, ਸੋ ਤੁਸੀਂ ਰੀਨਿਊ ਕਰਾ ਰਹੇ ਹੋ, ਤਾਂ ਵੀ ਤੁਹਾਡੇ ਕੋਲ ਡ੍ਰੌਪ ਬਾਕਸ ਜਿਹੜੀ ਐਲੀਜੀਬਿਲਟੀ ਹੈ। ਸੋ ਅਗਰ ਤੁਹਾਡੇ ਕੋਲ 올ਡ ਏਜ ਕਰਕੇ ਆ ਤਾਂ ਵੀ ਤੁਹਾਡੀ ਡ੍ਰੌਪ ਬਾਕਸ ਐਲੀਜੀਬਿਲਟੀ ਹੈ। ਸੋ ਡ੍ਰੌਪ ਬਾਕਸ ਦਾ ਫਾਇਦਾ ਲੈ ਸਕਦੇ ਹੋ। ਦੈਟਸ ਗ੍ਰੇਟ। ਇੱਕ ਤਾਂ ਮੈਂ ਥੋੜਾ ਤੁਹਾਡੇ ਕੋਲ ਇਹ ਵੀ ਪੁੱਛਣਾ ਚਾਹਾਂਗਾ, ਕਿਉਂਕਿ ਇਹ ਥੋੜਾ ਮਜ਼ਾਕੀਆ ਹੈ। ਕਹਿੰਦੇ ਇੱਕ ਤਾਂ ਜਦੋਂ ਆਪਾਂ ਅੰਗਰੇਜ਼ੀ ਸਿੱਖਣਾ ਸ਼ੁਰੂ ਕਰਦੇ ਹਾਂ ਨਾ ਇੱਥੇ ਪੰਜਾਬ ਦੇ ਵਿੱਚ, ਇੱਕ ਤਾਂ ਲੱਗਦੀ ਸਾਨੂੰ ਦੇਰ ਦੇ ਨਾਲ ਹੈ, ਫਿਰ ਉਸ ਤੋਂ ਜਾ ਕੇ ਦੇਰ ਬਾਅਦ ਸਾਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ। ਫਿਰ ਉਸ ਤੋਂ ਬਾਅਦ ਜਦੋਂ ਕੈਨੇਡਾ ਜਾਂਦੇ ਉਦੋਂ ਇੰਪੋਰਟੈਂਸ ਸਮਝ ਆਉਂਦੀ ਸਾਨੂੰ ਅੰਗਰੇਜ਼ੀ ਦੀ ਇੰਪੋਰਟੈਂਸ ਕੀ ਹੈ। ਸੋ ਵਾਟ ਅਬਾਊਟ ਕੈਨੇਡਾ? ਕੈਨੇਡਾ ਦਾ ਸਟੇਟਸ ਕੀ ਹੈ ਇਸ ਵਕਤ? ਕੈਨੇਡਾ ਨੇ ਇਤਿਹਾਸਿਕ ਫੈਸਲੇ ਲਏ ਨੇ। ਸੋ ਕੈਨੇਡਾ ਨੇ ਜਿਹੜਾ 22 ਦਾ ਕੋਟਾ ਹੈ, ਲਗਭਗ 4,31,000 ਐਪਲੀਕੈਂਟਸ ਦਾ ਹੈ, ਜਿਨ੍ਹਾਂ ਨੂੰ ਉਹਨਾਂ ਨੇ ਪੱਕੇ ਤੌਰ ਤੇ ਪੱਕੇ ਕਰਨਾ ਹੈ। ਸੋ ਉਹਦੇ 'ਚ ਇਮੀਗ੍ਰੈਂਟਸ, ਉਹਦੇ 'ਚ ਚਾਹੇ ਸਟੂਡੈਂਟਸ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣੀ। ਸੋ ਔਰ ਹੁਣ ਨਵਾਂ ਟੀਚਾ ਮਿੱਥਿਆ ਗਿਆ ਹੈ ਕਿ ਜਿਹੜਾ ਸਾਲ 2024 ਤੱਕ ਦਾ ਟੀਚਾ ਮਿੱਥਿਆ ਗਿਆ, ਔਰ 4,51,000 ਉਹਨੂੰ ਇਨਕਰੀਜ਼ ਕਰਕੇ ਕਰ ਦਿੱਤਾ ਹੈ ਕਿ 4.5 ਲੱਖ ਤਕਰੀਬਨ ਕਿ ਇੱਕ ਸਾਲ ਦੇ ਵਿੱਚ ਇਮੀਗ੍ਰੈਂਟਸ ਭਰਤੀ ਕਰਨੇ। ਔਰ ਇਹ ਹੋਰ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ 2-4 ਸਾਲ ਦੇ ਵਿੱਚ ਇਹ ਅੰਕੜਾ 5 ਲੱਖ ਨੂੰ ਟੱਚ ਕਰ ਜਾਏਗਾ। ਗੁੱਡ। ਸੋ ਕੈਨੇਡਾ, ਅਸੀਂ ਹਮੇਸ਼ਾ ਕਹਿੰਦੇ ਆ ਕਿ ਕੋਈ ਕਹਿੰਦਾ ਕੈਨੇਡਾ ਬੰਦ ਹੋ ਜੂ, ਕੋਈ ਕਹਿ ਰਿਹਾ ਕੈਨੇਡਾ ਰੁਕ ਗਿਆ। ਕੈਨੇਡਾ ਦੀ ਰਫ਼ਤਾਰ ਨਹੀਂ ਰੁਕਣ ਵਾਲੀ, ਕਿਉਂ? ਬਿਕੋਜ਼ ਕੈਨੇਡਾ ਇੱਕ ਇਕਲੌਤਾ ਮੁਲਕ ਆ ਜਿਹਨੂੰ ਸਭ ਤੋਂ ਵੱਧ ਇਮੀਗ੍ਰੈਂਟਸ ਤੋਂ ਫਾਇਦਾ ਆ। ਸੋ ਕੈਨੇਡਾ ਇਮੀਗ੍ਰੇਸ਼ਨਸ ਲਈ ਲਾਈਕ ਜਿੱਦਾਂ ਗੁੱਡ ਲੱਕ ਆ, ਦੋਨਾਂ ਲਈ ਵਿਨ ਵਿਨ ਸਿਚੁਏਸ਼ਨ ਆ। ਸੋ ਜਿਹੜਾ ਜਾਂਦਾ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ, ਤੇ ਉਹਦੇ ਨਾਲ ਕੈਨੇਡਾ ਦਾ ਵੀ ਪਾਰ ਉਤਾਰਾ ਹੁੰਦਾ ਹੈ। ਸੋ ਕੈਨੇਡਾ ਦੇ ਰਿਸੋਰਸਿਸ ਯੂਟਿਲਾਈਜ਼ ਹੁੰਦੇ ਆ, ਕੈਨੇਡਾ ਗਰੋ ਕਰ ਰਿਹਾ, ਕੈਨੇਡਾ ਦੀ ਇਕਨੋਮੀ ਗਰੋ ਕਰ ਰਹੀ ਹੈ। ਸੋ ਇਹਦਾ ਬਹੁਤ ਫਾਇਦਾ ਰਹਿੰਦਾ ਕੈਨੇਡਾ ਨੂੰ। ਔਰ ਇਸੇ ਕਰਕੇ ਤੁਸੀਂ ਹਰ ਸਾਲ ਵੇਖੋਗੇ ਕੈਨੇਡਾ ਦਾ ਗ੍ਰਾਫ, ਚਾਹੇ ਕੋਈ ਕਵੇ ਕੈਨੇਡਾ ਰਿਫਿਊਜ਼ ਕਰ ਰਿਹਾ, ਕੋਈ ਕਵੇ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ, ਜਿਹੜਾ ਵੀਜ਼ਿਆਂ ਦਾ ਗ੍ਰਾਫ ਤਾਂ ਉਹ ਹਮੇਸ਼ਾ ਇਸ ਤਰੀਕੇ ਨਾਲ ਹੀ ਜਾਏਗਾ। ਰਾਈਟ। ਉਹ ਹਮੇਸ਼ਾ ਉੱਪਰ ਨੂੰ ਜਾਊਗਾ। ਉਹ ਤੁਸੀਂ ਪਿਛਲੇ ਸਾਲ ਨਾਲ ਕੰਪੇਅਰ ਕਰੋਗੇ, ਜਾਂ ਉਸ ਤੋਂ ਪਿਛਲੇ ਸਾਲ ਨਾਲ ਕੰਪੇਅਰ ਕਰੋਗੇ, ਜਾਂ ਉਸ ਤੋਂ ਪਿਛਲੇ ਸਾਲ ਨਾਲ ਕੰਪੇਅਰ ਕਰੋਗੇ। ਜਿੱਦਾਂ 2015 ਦੇ ਵਿੱਚ ਕੈਨੇਡਾ ਇਮੀਗ੍ਰੈਂਟਸ ਦਾ ਜਿਹੜਾ 2 ਲੱਖ ਵੀਜ਼ਾਸ ਹੁੰਦੇ ਸੀ, ਤੁਸੀਂ ਅੱਜ ਵੇਖੋ 7 ਸਾਲ ਬਾਅਦ ਉਹ 4.5 ਲੱਖ। ਰਾਈਟ। ਸੋ 2 ਤੋਂ ਮਤਲਬ ਆਲਮੋਸਟ ਡਬਲ ਹੋ ਗਏ 7 ਸਾਲ ਦੇ ਵਿੱਚ, ਐਫਡੀ ਵਾਂਗੂ। ਸੋ ਕੈਨੇਡਾ ਦੇ ਇਮੀਗ੍ਰੈਂਟਸ ਐਫਡੀ ਵਾਂਗੂ ਵੱਧਦੇ ਆ, ਟੇਕ ਆਫ ਹੋਏਗਾ ਹਮੇਸ਼ਾ। ਸੋ ਇਹ ਇੱਕ ਵਧੀਆ ਗੱਲ ਹੈ ਕਿ ਜਿਹੜਾ ਕੈਨੇਡਾ ਹਮੇਸ਼ਾ ਸੰਭਾਲਦਾ ਸਾਨੂੰ। ਬਟ ਇੱਕ ਆਪਣੇ ਦਰਸ਼ਕਾਂ ਨਾਲ ਅਸੀਂ ਇਹ ਗੱਲ ਸਾਂਝੀ ਜ਼ਰੂਰ ਕਰਨੀ ਚਾਹਾਂਗੇ ਕਿ ਕੈਨੇਡਾ ਦੀ ਧਰਤੀ 'ਤੇ ਜਾ ਕੇ ਕੁਝ ਅਜਿਹਾ ਨਾ ਕਰੋ ਜਿਵੇਂ ਪਿਛਲੀ ਵਾਰ ਕੋਈ ਮਾੜੀਆਂ ਸਾਡੇ ਕੋਲ ਨਿਊਜ਼ ਆਈਆਂ ਸੀ ਔਰ ਡਿਪੋਰਟ ਹੋਣ ਤੱਕ ਦੀ ਗੱਲ ਹੋ ਗਈ ਸੀ, ਤਲਵਾਰਾਂ ਚੱਲ ਗਈਆਂ ਜਾਂ ਝਗੜੇ ਖੜੇ ਹੋ ਗਏ। ਡੋਂਟ ਡੂ ਥੀਸ ਥਿੰਗਸ, ਕਿਉਂਕਿ ਸਾਨੂੰ ਬੜੀਆਂ ਉਮੀਦਾਂ ਨੇ ਔਰ ਕੈਨੇਡਾ ਵਾਸੀਆਂ ਨੂੰ ਵੀ ਬੜੀਆਂ ਉਮੀਦਾਂ ਨੇ ਕਿ ਪੰਜਾਬੀ ਆਉਣਗੇ, ਕਿਉਂਕਿ ਸਾਡਾ ਭਾਈਚਾਰਾ ਜਾ ਕੇ ਉੱਥੇ ਵਸਿਆ ਹੈ, ਜਿੱਥੇ ਵੀ ਗਿਆ ਪੰਜਾਬੀ, ਔਰ ਉੱਥੇ ਜਾ ਕੇ ਉਹਨੇ ਸਟੇਬਿਲਿਟੀ ਪੈਦਾ ਕੀਤੀ ਹੈ ਆਪਣੇ ਲਈ ਵੀ ਤੇ ਬਾਕੀਆਂ ਲਈ ਵੀ। ਤੁਸੀਂ ਦੇਖੋ ਆਜ਼ਾਦੀ ਤੋਂ ਬਾਅਦ ਵੀ ਪੰਜਾਬੀਆਂ ਨੇ ਜਿੰਨੀ ਮਿਹਨਤ ਕੀਤੀ ਹੈ, ਭਾਵੇਂ ਉਹ ਪਾਕਿਸਤਾਨ ਤੋਂ ਆਏ ਸੀ ਮਾਈਗ੍ਰੇਟ ਹੋ ਕੇ, ਉਹ ਨਹੀਂ ਸ਼ਾਇਦ ਕਿਸੇ ਹੋਰ ਕਮਿਊਨਿਟੀ ਨੇ ਨਹੀਂ ਕੀਤੀ। ਪੰਜਾਬੀਆਂ ਨੇ ਵੱਡੇ ਵੱਡੇ ਮਾਲਸ, ਵੱਡੇ ਵੱਡੇ ਬਿਜ਼ਨਸ ਖੜੇ ਕੀਤੇ ਨੇ। ਸੋ ਜਦੋਂ ਵੀ ਜਾਓ ਕੈਨੇਡਾ ਦੀ ਧਰਤੀ ਤੇ, ਸਾਡੇ ਸੰਸਕਾਰ ਸਾਨੂੰ ਜੋ ਮਿਲੇ ਨੇ ਉਸ ਦੀ ਵਰਤੋਂ ਕਰੋ। ਇਹ ਲੜਾਈ ਝਗੜੇ ਨਹੀਂ ਕਰਨੇ ਉੱਥੇ ਜਾ ਕੇ। ਹੁਣ ਜਲੰਧਰ ਦੀ ਸਾਰੀ ਇੰਡਸਟਰੀ ਬੇਸਿਕਲੀ ਪਾਕਿਸਤਾਨ ਤੋਂ ਆਈ ਆ। ਬਿਲਕੁਲ। ਸੋ ਅਗਰ ਅਸੀਂ ਜਲੰਧਰ ਨੂੰ ਸਪੋਰਟਸ ਐਂਡ ਸਰਜੀਕਲ ਦਾ ਬਾਦਸ਼ਾਹ ਕਹਿੰਦੇ ਆ, ਤੇ ਇਹ ਸਾਰੇ ਸਿਆਲਕੋਟ ਤੋਂ ਮਾਈਗ੍ਰੇਟ ਹੋ ਕੇ ਇੱਥੇ ਆਏ ਆ। ਸ਼ੋਰ ਇਵਨ ਬੰਬੇ ਦੀ ਜਿਹੜੀ ਫਿਲਮ ਇੰਡਸਟਰੀ ਹੈ ਸਾਰੀ ਪੰਜਾਬੀਆਂ ਨੇ ਖੜਾ ਕੀਤੀ ਹੈ। ਬਿਲਕੁਲ, ਇੱਥੋਂ ਸਾਰੇ ਉੱਥੇ ਗਏ। ਲਾਹੌਰ ਤੋਂ ਹੀ ਸਾਰੇ ਆਏ। ਖੱਟਣਾ ਬਹੁਤ ਜ਼ਰੂਰੀ ਹੈ। ਯੈਸ, ਪ੍ਰਿਥਵੀ ਰਾਜ ਕਪੂਰ ਹੁਣੀ ਸਾਰੇ ਉੱਥੋਂ ਹੀ ਆਏ ਨੇ, ਲਾਹੌਰ ਤੋਂ ਆਏ ਨੇ। ਬਿਲਕੁਲ। ਸੋ ਆਪਾਂ ਹੁਣ ਅੱਗੇ ਵਧਦੇ ਹਾਂ। ਬਾਕੀ ਕੰਟਰੀਜ਼ ਦਾ ਕੀ ਹਾਲ ਹੈ? ਯੂਕੇ ਦਾ ਕੀ ਹਾਲ ਹੈ? ਕਿਉਂਕਿ ਉੱਥੇ ਦਾ ਸਟੱਡੀਜ਼ ਦਾ ਬਹੁਤ ਜ਼ਬਰਦਸਤ ਗ੍ਰਾਫ ਹੈ। ਯੂਕੇ ਵੀਜ਼ਾਸ ਕਾਫੀ ਨੇ, ਬਟ ਯੂਕੇ ਦੇ ਤੇ ਇੱਕ ਮਾੜੀ ਖਬਰ ਵੀ ਆ ਕਿ ਸ਼ੋਰ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਯੂਕੇ ਵੀਜ਼ਾਸ ਬੰਦ ਹੋਣਗੇ, ਘਟਣਗੇ। ਨਾਰਮਲੀ ਮੈਂ ਆਪਣੇ ਮੂੰਹ ਇਹੋ ਜਿਹੀ ਗੱਲ ਕਦੀ ਕਹਿੰਦਾ ਨਹੀਂ ਹੁੰਦਾ, ਸ਼ਾਇਦ ਇਹ ਪਹਿਲਾ ਸਮਾਂ ਆ ਕਿ ਯੂਕੇ ਦੇ ਵਿੱਚ ਗ੍ਰਾਫ ਡਿੱਗਣ ਵਾਲਾ ਆ। ਉਹਦਾ ਸਭ ਤੋਂ ਵੱਡਾ ਕਾਰਨ ਆ ਕਿ ਯੂਕੇ ਨੂੰ ਲੋੜ ਬਹੁਤ ਹੈ। ਯੂਕੇ ਦੇ ਬਿਕੋਜ਼ ਬ੍ਰੈਗਜ਼ਿਟ ਤੋਂ ਬਾਅਦ ਜਿਹੜਾ ਵਾਈਟ ਸਕਿਨ ਬ੍ਰਦਰਹੁੱਡ ਖਤਮ ਹੋਣ ਤੋਂ ਬਾਅਦ ਫੋਕਸ ਇੰਡੀਅਨਸ ਦੇ ਉੱਪਰ ਸੀ, ਕਾਫੀ ਵੱਡਾ ਫੋਕਸ ਸੀ। ਬਟ ਇਹਨਾਂ ਦੇ ਮਿਨਿਸਟਰ ਨੇ ਲਾਸਟ ਵੀਕ ਇੱਕ ਬਿਆਨ ਦਿੱਤਾ ਹੈ ਜਿਹਦੇ ਕਰਕੇ ਮੈਂ ਇਹਨੂੰ ਥੋੜ੍ਹਾ ਜਿਹਾ ਖਤਰਨਾਕ ਮੰਨ ਰਿਹਾ। ਉਹਨਾਂ ਨੇ ਕਿਹਾ ਕਿ ਸਟੂਡੈਂਟਸ ਦੇ ਨਾਲ ਜਿਹੜਾ ਲੋ ਗ੍ਰੇਡ ਦਾ, ਲੋ ਪ੍ਰੋਫਾਈਲ ਜਿਹੜੇ ਇਮੀਗ੍ਰੈਂਟਸ ਨੇ ਉਹ ਬਹੁਤ ਵਧੇ ਨੇ ਡਿਪੈਂਡੈਂਟਸ ਦੇ ਰੂਪ ਵਿੱਚ। ਸੋ ਜਿਹੜੇ ਕੈਨੇਡਾ ਯੂਕੇ ਨੂੰ ਉਮੀਦ ਸੀਗੀ ਕਿ ਉਹਨਾਂ ਦੇ ਕੋਲ ਹਾਈ ਸਕਿਲਡ ਮਾਈਗ੍ਰੈਂਟਸ ਆਉਣਗੇ। ਸੋ ਇਸੇ ਕਰਕੇ ਯੂਨੀਵਰਸਿਟੀ ਸਟੂਡੈਂਟਸ ਦਾ ਇਕੱਲਾ ਲੈਵਲ ਓਪਨ ਅਪ ਕੀਤਾ ਗਿਆ। ਰਾਈਟ। ਪਰ ਇੱਥੋਂ ਜਿਹੜੇ ਪੰਜਾਬ ਦੇ ਵਿੱਚੋਂ ਜਾਂ ਨਾਰਥ ਇੰਡੀਆ ਤੋਂ ਬਹੁਤ ਵੱਡੀ ਗਿਣਤੀ ਵਿੱਚ ਪੁੱਠੇ ਸਿੱਧੇ ਕਾਗਜ਼ ਲਾ ਕੇ ਯੂਕੇ ਪਹੁੰਚੇ ਆ। ਯੂਨੀਵਰਸਿਟੀਆਂ ਅਟੈਂਡ ਨਹੀਂ ਕੀਤੀਆਂ। ਯੂਨੀਵਰਸਿਟੀਆਂ ਨੇ ਇਹ ਲਾਸਟ ਟਾਈਮ
ਕਾਲਜ ਬੰਦ ਹੋ ਰਹੇ ਸੀ ਤੇ ਸਟੂਡੈਂਟਸ ਪੜ੍ਹਨਾ ਚਾਹੁੰਦੇ ਸੀ। ਐਤਕੀ ਪੁੱਠਾ ਹੋ ਰਿਹਾ ਕਿ ਯੂਨੀਵਰਸਿਟੀਆਂ ਸਟੂਡੈਂਟਸ ਨੂੰ ਬਲੈਕ ਲਿਸਟ ਕਰ ਰਹੀਆਂ ਨੇ ਕਿ ਆ ਹੀ ਨਹੀਂ ਰਿਹਾ, ਪਹਿਲੇ ਦਿਨ ਹੀ ਨਹੀਂ ਆਇਆ, ਔਰ ਉਹਦੀ ਰਿਪੋਰਟ ਜਿਹੜੀ ਵੀਜ਼ਾਜ਼ ਐਂਡ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਹੋ ਰਹੀ ਹੈ। ਓ ਸੋ ਖੈਰ ਉੱਥੇ ਇਲੀਗਲ ਕੰਮ ਕਰਦੇ, ਇਹ ਕੋਈ ਬਹੁਤ ਜ਼ਿਆਦਾ ਲਾਈਕ ਇੰਨਾ ਖਤਰਨਾਕ ਨਹੀਂ ਹੈਗਾ। ਸੋ ਉੱਥੇ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਕੰਮ ਕਰਦੇ ਨੇ, ਮਾਈਗਰੈਂਟਸ ਬਹੁਤ ਸਾਰੇ ਨੇ, ਇਲੀਗਲ ਮਾਈਗਰੈਂਟਸ ਬਹੁਤ ਸਾਰੇ ਨੇ, ਔਰ ਯੂਕੇ ਨੂੰ ਵੀ ਪਤਾ ਉਹਨਾਂ ਚੀਜ਼ਾਂ ਦਾ ਕਿ ਇਲੀਗਲ ਮਾਈਗਰੈਂਟਸ ਕੈਨੇਡਾ ਯੂਕੇ ਦੇ ਵਿੱਚ ਬਹੁਤ ਨੇ। ਬਟ ਜਿਹੜੀ ਅਗਲੀ ਚੀਜ਼ ਹੈ ਜਿਹੜੀ ਖਤਰਨਾਕ ਹੈ ਉਹ ਇਹ ਹੈ ਕਿ ਜਿਹੜੀਆਂ ਡਿਪੈਂਡੈਂਟ ਕੈਟਾਗਰੀਜ਼ ਦਾ ਜਾਂ ਉਹਨਾਂ ਦਾ ਬਾਰ ਉੱਚਾ ਚੱਕਿਆ ਜਾ ਸਕਦਾ, ਜਿੱਦਾਂ ਆਸਟ੍ਰੇਲੀਆ ਨੇ ਚੱਕਿਆ ਸੀ। ਆਸਟ੍ਰੇਲੀਆ ਦੇ ਵਿੱਚ ਵੀ ਆ ਚੀਜ਼ ਕਾਫੀ ਦੇਰ ਪਹਿਲਾਂ ਆਈ ਸੀ, 2015 ਦੇ ਆਸ-ਪਾਸ। ਆਸਟ੍ਰੇਲੀਆ ਨੇ ਉਦੋਂ ਇੱਕਦਮ ਪੈਂਤਰਾ ਬਦਲ ਲਿਆ। ਸੋ ਆਸਟ੍ਰੇਲੀਆ ਨੇ ਕੰਪਲਸਰੀ ਕਰਤਾ ਕਿ ਜਿਹੜਾ ਵੀ ਸਟੂਡੈਂਟ ਆਊਗਾ ਉਹਦੀ ਰਾਤੋਂ ਰਾਤ ਮੈਰਿਜ ਹੋਈ ਨਹੀਂ ਚੱਲੂਗੀ, ਉਹਦਾ ਵਿਆਹ ਘੱਟੋ ਘੱਟ 1 ਸਾਲ ਪੁਰਾਣਾ ਹੋਵੇ। ਔਰ ਇਸੇ ਤਰੀਕੇ ਨਾਲ ਇਕੱਲਾ ਵਿਆਹ ਹੀ ਪੁਰਾਣਾ ਨਹੀਂ, ਵਿਆਹ ਵੀ ਕੋਈ ਕਾਗਜ਼ ਪੁੱਠੇ ਸਿੱਧੇ ਕਰਕੇ ਅੱਗੇ ਪਿੱਛੇ ਕਰ ਲੈਂਦੇ। ਸੋ ਫਿਰ ਦੂਸਰੀ ਕੰਡੀਸ਼ਨ ਆਈ ਕਿ ਦੋਨਾਂ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ, ਇੰਟੈਲੈਕਟ ਲੈਵਲ ਵੀ ਸੇਮ ਹੋਵੇ, ਕਿ +2 ਵਾਲਾ ਮੁੰਡਾ MA ਵਾਲੀ ਕੁੜੀ ਨਾਲ ਵਿਆਹ ਕਰਕੇ ਜਾ ਰਿਹਾ ਤੇ ਇਹ ਸਾਡੀ ਸਮਝ ਤੋਂ ਬਾਹਰ ਹੈ। ਸੋ ਚਲਾਕੀ ਹੈ ਇਹਦੇ 'ਚ। ਸੋ ਆਸਟ੍ਰੇਲੀਆ ਨੇ ਇਹਨੂੰ ਸਮਾਰਟਲੀ ਖੇਡਿਆ ਔਰ ਆਸਟ੍ਰੇਲੀਆ ਦੇ ਵਿੱਚ ਇਹ ਗ੍ਰਾਫ ਕਾਫੀ ਸੁਧਰ ਗਿਆ। ਜਿਹੜੇ ਅੰਨੇਵਾਹ ਸਪਾਊਸ ਭੱਜੇ ਜਾਂਦੇ ਸੀ, 5.5 ਬੈਂਡ ਲਓ ਤੇ ਇੱਕ ਦਾ ਖਰਚਾ ਦੂਜਾ ਚੱਕੋ, ਔਰ ਇਦਾਂ ਦੀ ਜਿਹੜੀਆਂ ਖਬਰਾਂ ਸੀ ਉਹ ਰੁਕ ਗਈਆਂ, ਐਡਵਰਟਾਈਜ਼ਮੈਂਟ ਕਮਰਸ਼ੀਅਲਸ ਰੁਕ ਗਈਆਂ। ਬਟ ਉਹ ਇਸ ਸਮੇਂ ਦੇ ਵਿੱਚ ਯੂਕੇ ਦੇ ਵਿੱਚ ਜਿਸ ਤਰੀਕੇ ਨਾਲ ਚੱਲ ਰਿਹਾ, ਯੂਕੇ ਦੇ ਵਿੱਚ ਬਹੁਤ ਸਾਰੇ ਪਰਚੇ ਹੋਏ, ਬਹੁਤ ਸਾਰੀ ਅੰਬੈਸੀ ਨੇ ਰਿਪੋਰਟਿੰਗ ਕੀਤੀ, ਥਾਣਿਆਂ 'ਚ ਤਲਾਵਾਂ ਹੋਈਆਂ। ਸੋ ਯੂਕੇ ਦੇ ਵਿੱਚ ਜਾਲੀ ਡਿਗਰੀ ਪ੍ਰੋਗਰਾਮ ਜਿਹੜਾ ਆ ਇਹ ਕਾਫੀ ਚੱਲਿਆ ਆ। ਸੋ ਜਿਹਦਾ ਕਰਕੇ ਕਿ ਯੂਕੇ ਨੂੰ ਇੱਕ ਵਾਰੀ ਸੋਚਣਾ ਪਊਗਾ, ਔਰ ਹੋ ਸਕਦਾ ਇਹ ਅਗਰ ਜ਼ਿਆਦਾ ਸੋਚਣ ਤੇ ਇਹਦੀ ਬ੍ਰੇਕ ਲਾ ਕੇ ਇਹਨੂੰ ਦੁਬਾਰਾ ਚਾਲੂ ਕਰਨ ਬਾਰੇ ਵੀ ਸੋਚਣ। ਬਿਕੋਜ਼ ਇਮੀਗ੍ਰੈਂਟਸ ਉਹਨਾਂ ਨੂੰ ਚਾਹੀਦੇ ਨੇ, ਸੋ ਸਕਿਲਡ ਮਾਈਗ੍ਰੈਂਟਸ ਚਾਹੀਦੇ ਨੇ, ਬਟ ਲੋ ਕੈਲੀਬਰ ਵਾਲੇ ਬੰਦੇ ਕੀ ਆ ਕੇ ਉਹ ਕੋਈ ਸਫਾਈ ਦੇ ਕੰਮ 'ਚ ਲੱਗਾ ਹੋਇਆ, ਕੋਈ ਬਿਲਕੁਲ ਹੀ ਕਲੀਨਿੰਗ ਦੇ ਕੰਮ 'ਚ ਹੈ, ਕੋਈ ਇਕੱਲੇ ਖੇਤੀਬਾੜੀ ਵਰਗੇ ਕੰਮ ਦੇ ਵਿੱਚ ਆ, ਜਿਹੜੀਆਂ ਸਕਿਲਡ ਜੌਬਸ ਨਹੀਂ ਆ, ਜਿਹੜੀਆਂ ਬਹੁਤ ਲੋ ਪੇਡ ਨੇ, ਉਹਨਾਂ ਦੇ ਵਿੱਚ ਸਾਰੇ ਲੋਕ ਆ ਕੇ ਐਡਜਸਟ ਹੋਏ ਆ। ਸੋ ਇਸ ਕਰਕੇ ਲੇਬਰ ਵਾਲੀਆਂ ਜੌਬਸ ਦੇ ਉੱਪਰ ਯੂਕੇ ਨਹੀਂ ਚਾਹੁੰਦਾ। ਯੂਕੇ ਚਾਹੁੰਦਾ ਹੈ ਕਿ ਸਕਿਲਡ ਬੰਦੇ ਆਉਣ, ਆ ਕੇ ਇੱਥੋਂ ਦੀ ਜਿਹੜੀ ਇਕੋਨਮੀ ਨੂੰ ਉਹਨੂੰ ਬੂਸਟ ਕਰਨ, ਉਹਨੂੰ ਜਿਹੜਾ ਇੰਜੈਕਸ਼ਨ ਚਾਹੀਦਾ ਸੀ ਉਸ ਇਕੋਨਮੀ ਨੂੰ ਉਹ ਲੱਗੇ ਤੇ ਯੂਕੇ ਆਪਣੀ ਰਫ਼ਤਾਰ ਦੇ ਉੱਪਰ ਜਾਵੇ। ਮਤਲਬ ਦੇ ਵਾਂਟ ਕ੍ਰੀਮੀ ਲੇਅਰ। ਆਬਵੀਅਸਲੀ ਹਰ ਮੁਲਕ ਇਹੀ ਚਾਹੁੰਦਾ ਆ। ਤੁਸੀਂ ਅਗਰ ਤੁਹਾਡਾ ਸਕੂਲ ਹੋਵੇ, ਤੁਹਾਨੂੰ ਵੀ ਬੱਚੇ, ਅਗਰ ਤੁਹਾਡੇ ਕੋਲ ਬਾਹਰ 5000 ਬੱਚਾ ਆ, ਤੁਸੀਂ 50 ਸੀਟਾਂ ਨੇ, ਤੁਸੀਂ ਵੀ ਉਹੀ ਲੈਣੇ ਜਿਹੜੇ 90+ ਨੇ। ਇਹ ਅਸੀਂ ਰੈਂਕਿੰਗ ਖੁਦ ਕਰ ਲੈਣੀ ਹੈ। ਜਿਸ ਤਰ੍ਹਾਂ ਭਾਰਤ ਤੋਂ ਗਏ ਸੀ ਹਰਗੋਬਿੰਦ ਖੁਰਾਨਾ, ਨੋਬਲ ਪ੍ਰਾਈਜ਼ ਵਿਨਰ, ਉਹਨਾਂ ਨੂੰ ਇੱਥੇ ਆਪਣੇ ਲਾਇਕ ਕੰਮ ਨਹੀਂ ਮਿਲਿਆ, ਇਸ ਕਰਕੇ ਅੱਜ ਅਮਰੀਕਾ ਦੀ ਧਰਤੀ ਨੇ ਕ੍ਰੀਮੀ ਲੇਅਰ, ਜੀਨੀਅਸ ਬ੍ਰੇਨ, ਕਿਉਂਕਿ ਉਹ ਵੀ ਹਰ ਇੱਕ ਕੰਟਰੀ ਚਾਹੁੰਦੇ, ਕਿਉਂਕਿ ਉੱਥੇ ਤਾਂ ਲੋਕਲਸ ਮਿਲ ਜਾਣਗੇ ਤੁਹਾਨੂੰ, ਖੇਤੀਬਾੜੀ ਦਾ ਕੰਮ ਕਰਨ ਵਾਲੇ ਜਾਂ ਲੋ ਪੇਡ ਜੌਬਸ ਕਰਨ ਵਾਲੇ ਉੱਥੇ ਲੋਕਲਸ ਬੈਠੇ ਨੇ। ਹੋਰ ਦਿੱਕਤ ਹੈ ਨਾ ਕਿ ਜਿਹੜਾ ਇਹਦਾ ਜਾਊਗਾ ਉਹ ਕੋ ਇਮੀਗ੍ਰੈਂਟ ਵੀ ਨਹੀਂ ਹੋਣਾ, ਬਿਕੋਜ਼ ਇਮੀਗ੍ਰੈਂਟ ਨੂੰ 25,600 ਪਾਉਂਡ 1 ਸਾਲ ਦੀ ਇਨਕਮ ਹੋਣੀ ਜ਼ਰੂਰੀ ਹੈ। ਮਤਲਬ ਉਂਝ ਤੇ ਕੁਝ ਜ਼ਿਆਦਾ ਪੈਸੇ ਨਹੀਂ ਹੈਗੇ, ਬਟ ਸਟਿਲ ਅਗਰ ਤੁਸੀਂ ਲੋ ਪ੍ਰੋਫਾਈਲ ਜੌਬਸ ਦੇ ਵਿੱਚ ਹੋ ਤਾਂ 25,600 ਪਾਉਂਡ ਲੀਗਲੀ ਤੁਸੀਂ ਕਮਾ ਰਹੇ ਹੋ, ਇਹ ਸਿੱਧ ਕਰਨਾ ਔਖਾ ਹੋ ਜਾਂਦਾ ਹੈ ਫਿਰ। ਗॉट इट। ਸੋ ਇਹ ਚੀਜ਼ਾਂ ਜ਼ਰੂਰੀ ਨੇ। ਸੋ ਇਸ ਤੋਂ ਇਲਾਵਾ ਇੱਕ ਚੀਜ਼ ਮੈਂ ਇਹ ਵੀ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ, ਜਿਹੜੇ ਕਈ ਏਜੰਸੀਜ਼ ਐਸੀਆਂ ਬੈਠੀਆਂ ਨੇ ਜਿਹੜੀਆਂ, ਹੁਣ ਪਿੱਛੇ ਜੇ ਮੈਂ ਨਿਊਜ਼ ਪੜ੍ਹ ਰਿਹਾ ਸੀਗਾ, ਰਾਦਰ ਅੱਜ ਸਵੇਰੇ ਵੀ ਇੱਕ ਨਿਊਜ਼ ਮੈਂ ਦੇਖ ਰਿਹਾ ਸੀ, ਪ੍ਰੋਕਸੀ ਟੈਸਟਿੰਗ, ਮਤਲਬ ਇਹ ਵੀ ਇਦਾਂ ਦੇ ਫਰਾਡਸ ਹੁੰਦੇ। ਬਿਲਕੁਲ, ਇੰਡੀਆ ਇੱਕ ਡਿਵੈਲਪਿੰਗ ਕੰਟਰੀ ਆ, ਬਹੁਤ ਸਾਰੇ ਸਿਸਟਮਸ ਹਾਲੇ ਗਰੋ ਅਪ ਕਰ ਰਹੇ ਆ। ਸੋ ਅਸੀਂ ਹਰ ਚੀਜ਼ ਦੀ ਐਕਸੀਲੈਂਸ ਦੇ ਉੱਪਰ ਨਹੀਂ ਪਹੁੰਚੇ ਹੋਏ। ਸੋ ਜਦੋਂ ਕੋਈ ਕੰਟਰੀ ਗਰੋ ਕਰਦਾ ਹੈ, ਉਹ ਬਣਦੀ, ਢੱਠਦੀ, ਵਿਗੜਦੀ, ਸੁਧਰਦੀ ਤੇ ਫਿਰ ਹੀ ਫਾਈਨਲ ਉੱਪਰ ਤੱਕ ਜਾਂਦੀ ਹੈ। ਸੋ ਇੰਡੀਆ ਹਾਲੇ ਉਸ ਸਟੇਜ ਦੇ ਵਿੱਚ ਹੈ ਜਿੱਥੇ ਕਿਸੇ ਨੂੰ ਜਿੰਨੀ ਕੁ ਸਪੇਸ ਮਿਲਦੀ ਹੈ ਉੱਥੇ ਉਹ ਜਾਲਸਾਜ਼ੀ ਕਰਦਾ ਆ, ਜਿੱਥੇ ਕਿਸੇ ਨੂੰ ਕੋਈ ਮੌਕਾ ਮਿਲਦਾ ਆ ਉਹ ਉੱਥੇ ਮੌਕਾ ਲੱਭਦਾ ਆ। ਸੋ ਹਰ ਕੋਈ ਇਮਾਨਦਾਰੀ ਵਾਲੇ ਮੁਖੌਟੇ ਵਿੱਚ ਨਹੀਂ ਹੈਗਾ। ਸੋ ਜਿੱਥੇ ਕਿਸੇ ਨੂੰ ਮੌਕਾ ਮਿਲਦਾ ਆ, ਜਿੱਥੇ ਕਿਸੇ ਦਾ ਲੱਗਦਾ, ਜਿੱਥੇ ਕਿਸੇ, ਔਰ ਉਹਨੂੰ ਲੋਕ ਉਹਨੂੰ ਆਪਣੀ ਕਲਾ ਮੰਨਦੇ ਨੇ ਕਿ ਅਸੀਂ ਸ਼ਾਇਦ ਇੱਦਾਂ ਕਰ ਲਿਆ ਤੇ ਪ੍ਰੋਕਸੀ ਟੈਸਟਿੰਗ ਕਰ ਲਈ। ਉਹਦਾ ਮਤਲਬ ਇਹ ਬੇਸਿਕਲੀ ਇਹ ਹੈ ਕਿ ਇੱਕ ਜਗ੍ਹਾ ਤੇ ਦੂਸਰਾ ਪੇਪਰ ਦੇ ਰਿਹਾ ਜੀ, ਨੰਬਰ ਬੰਦੇ ਦਾ ਕੈਲੀਬਰ ਹੈ ਨਹੀਂ, ਕੋਈ ਨਲਾਇਕ ਬੱਚਾ ਵੱਧ ਨੰਬਰਾਂ ਨਾਲ ਜਾ ਰਿਹਾ, ਅੱਜ ਇੱਥੋਂ ਜਾਊਗਾ ਕੱਲ ਯੂਨੀਵਰਸਿਟੀ ਨਹੀਂ ਪੜੂਗਾ, ਪਰਸੋਂ ਬਲੈਕ ਲਿਸਟ ਹੋਏਗਾ। ਜਿਸ ਤਰੀਕੇ ਨਾਲ ਕਿ ਕੈਨੇਡਾ ਵਾਲੇ ਬੱਚੇ ਅਮਰੀਕਾ ਪਹੁੰਚੇ ਤਾਂ ਪਤਾ ਲੱਗਾ ਵੀ ਜਿਹੜੇ 6.5 ਬੈਂਡ ਵਾਲੇ ਬੱਚੇ ਉਹ ਮੂੰਹ ਨਹੀਂ ਫੁੱਟ ਸਕੇ, ਬੋਲ ਨਹੀਂ ਸਕੇ ਅੰਗਰੇਜ਼ੀ ਦਾ ਇੱਕ ਅੱਖਰ ਵੀ। ਸੋ ਉਹ ਤਾਂ ਅਲਟੀਮੇਟਲੀ ਜਿਹੜੀ ਤੁਹਾਡੀ ਜਾਣਕਾਰੀ ਹੈ, ਐਜੂਕੇਸ਼ਨ ਆ, ਨੌਲੇਜ ਆ, ਵਿਜ਼ਡਮ ਆ, ਅਖੀਰ ਪਾਰ ਉਸੇ ਨੇ ਲੱਗਣਾ ਆ। ਤੇ ਜਿਹੜਾ ਝੂਠ ਦਾ ਮਹਿਲ ਆ ਉਹ ਅੱਜ ਵੀ ਢੱਠਾ ਤੇ ਕੱਲ ਵੀ ਢੱਠਾ। ਸੋ
ਇਹ ਸਭ ਵੀ ਚੱਲਦਾ ਪਿਆ, ਲੇਕਿਨ ਜੋ ਇਹਦੇ ਟਰੈਪ ਹੋ ਜਾਂਦੇ ਨੇ ਉਹਨਾਂ ਦਾ ਫਿਊਚਰ ਬਿਲਕੁਲ ਡਾਰਕ ਹੋ ਜਾਂਦਾ। ਸੋ ਇਸ ਕਰਕੇ ਅਸੀਂ ਆਪਣੇ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਜਦੋਂ ਵੀ ਜਾਓ ਸਹੀ ਤਰੀਕੇ ਨਾਲ ਜਾਓ, ਕਿਉਂਕਿ ਫਿਊਚਰ ਬਣਾਉਣਾ ਹਰੇਕ ਦਾ ਸੁਪਨਾ ਹੁੰਦਾ, ਬਟ ਉਹ ਲੀਗਲ ਵੇਜ਼ ਦੇ ਨਾਲ ਸਹੀ ਟਰੈਕ ਤੇ ਚੱਲਦੇ ਹੋ ਜੇ ਚੱਲੋਗੇ ਤਾਂ ਨੈਚੁਰਲੀ ਫਰੂਟਫੁਲ ਰਹੇਗਾ। ਅਦਰਵਾਈਜ਼ ਕਿਤੇ ਨਾ ਕਿਤੇ ਤੁਸੀਂ ਫੜੇ ਜਾਓਗੇ ਤਾਂ ਬੇਇੱਜ਼ਤੀ ਤਾਂ ਹੋਣੀ ਹੋਣੀ ਹੈ, ਨਾਲ ਦੇ ਨਾਲ ਫਿਊਚਰ ਵੀ ਡਾਰਕ, ਅੱਗੇ ਕੋਈ ਓਪਰਚੁਨਿਟੀ ਨਹੀਂ। ਦੈਟਸ ਵੈਰੀ ਡੇਂਜਰਸ। ਸੋ ਹੋਰ ਜੋ ਤੁਸੀਂ ਆਪਣੇ ਵੱਲੋਂ ਕੋਈ ਸੁਜੈਸ਼ਨ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ, ਉਹ ਜ਼ਰੂਰ ਦਿਓ। ਉਸ ਤੋਂ ਬਾਅਦ ਆਪਾਂ ਬਾਏ ਬਾਏ ਕਰਾਂਗੇ। ਦੋਸਤੋ, ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਅਸੀਂ ਜਿੰਨੀਆਂ ਕੁ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਉਹ ਅਸੀਂ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਦੇ ਹਾਂ। ਸੋ ਤੁਸੀਂ ਆਪਣੇ ਸੁਝਾਅ ਦਿਆ ਕਰੋ, ਆਪਣੇ ਸਵਾਲ ਪੁੱਛਿਆ ਕਰੋ, ਤਾਂ ਕਿ ਜਿਹੜੇ ਤੇ ਅਸੀਂ ਸਵਾਲ ਪੁੱਛਦੇ ਹੋ ਉਹਨਾਂ ਨੂੰ ਅਸੀਂ ਪ੍ਰੋਗਰਾਮ ਦਾ ਹਿੱਸਾ ਬਣਾ ਲਈਏ। ਸੋ ਅਸੀਂ ਨਿਤ ਦਰਿਆ ਦੀ ਜਿਹੜੀ ਡੇਲੀ ਜੋ ਵੀ ਅਸੀਂ ਕੰਮਕਾਰ ਕਰਦੇ ਹਾਂ, 22-23 ਸਾਲ ਹੋ ਗਏ ਮੈਨੂੰ ਇਸ ਇੰਡਸਟਰੀ ਦੇ ਵਿੱਚ। ਸੋ ਉਸ ਤੋਂ ਜਿੰਨੀਆਂ ਕਿ ਸਾਡੇ ਨਾਲ ਕੇਸ ਡਿਸਕਸ਼ਨਸ ਹੁੰਦੀਆਂ ਨੇ ਉਹ ਅਸੀਂ ਤੁਹਾਡੇ ਨਾਲ ਰੂਬਰੂ ਤੁਹਾਡੇ ਕਰਦੇ ਹਾਂ, ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਹਾਂ। ਸੋ ਉਮੀਦ ਆ ਕਿ ਤੁਸੀਂ ਰਿਸਪੌਂਡ ਕਰੋਗੇ ਤਾਂ ਅਸੀਂ ਹੋਰ ਬਿਹਤਰ ਤਰੀਕੇ ਨਾਲ ਤੁਹਾਨੂੰ ਜਵਾਬ ਦੇ ਪਾਵਾਂਗੇ। ਐਗਜ਼ੈਕਟਲੀ। ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਹੁਤ ਬਹੁਤ ਸ਼ੁਕਰੀਆ ਰਵਿੰਦਰ ਜੀ, ਤੁਸੀਂ ਜੋ ਇਨਪੁਟਸ ਦਿੰਦੇ ਹੋ ਸਾਡੇ ਦਰਸ਼ਕਾਂ ਦੇ ਕੰਮ ਆਉਂਦੇ ਨੇ। ਥੈਂਕ ਯੂ ਸੋ ਮਚ। ਔਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਮੇਲ USA TV ਨੂੰ ਲਗਾਤਾਰ ਦੇਖਦੇ ਹੋ, ਇੰਜੋਏ ਕਰਦੇ ਹੋ ਔਰ ਇਸ ਨੂੰ ਹਮੇਸ਼ਾ ਇਨਬਾਕਸ ਕਰਦੇ ਰਹੋ ਆਪਣੇ ਵਿਚਾਰ। ਸਬਸਕ੍ਰਾਈਬ ਕਰੋ ਪੰਜਾਬ ਮੇਲ USA TV। ਨੈਕਸਟ ਵੀਕ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ ਪੰਜਾਬ ਐਬਰੋਡ ਦੇ ਵਿੱਚ। ਬਾਏ ਬਾਏ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।